ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਅੱਜ ਦੀ ਇਸ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਗੁਰਮਤਿ ਕਲਾਸ ਵਿੱਚ ਜੀ ਆਇਆਂ। ਸਿੱਖ ਮਿਸ਼ਨ ਕਾਲਜ ਲੁਧਿਆਣਾ ਵੱਲੋਂ ਰੋਜ਼ਾਨਾ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਗੁਰੂ ਦੀਆਂ ਕਥਾ ਕਹਾਣੀਆਂ ਆਪਸ ਵਿੱਚ ਸਾਂਝੀਆਂ ਕੀਤੀਆਂ ਜਾਣ। ਉਸੇ ਉਪਰਾਲੇ ਅਧੀਨ ਹੀ ਰੋਜ਼ ਅਸੀਂ ਇਸੇ ਸਮੇਂ ਦੇ ਉੱਤੇ ਆਨਲਾਈਨ ਇਕੱਠੇ ਹੁੰਦੇ ਹਾਂ। ਹਰ ਸੋਮਵਾਰ ਅਸੀਂ ਸਵਾਲ ਜਵਾਬ ਨੂੰ ਦੇ ਵਿਸ਼ੇ ਨੂੰ ਕਰਦੇ ਹਾਂ। ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਉੱਤਰ ਪੈਨਲ ਮੈਂਬਰ ਜਿਹੜੇ ਵਿਚਾਰ ਕਰਕੇ ਦਿੰਦੇ ਹਨ। ਇਸ ਸਵਾਲ ਜਵਾਬ ਸੈਸ਼ਨ ਦੀ ਪੂਰੀ ਜ਼ਿੰਮੇਵਾਰੀ ਵੀਰ ਰਾਜਾ ਸਿੰਘ ਜੀ ਸ਼ੁਰੂ ਤੋਂ ਹੀ ਨਿਭਾਉਂਦੇ ਆ ਰਹੇ ਹਨ। ਅੱਜ ਦੀ ਇਸ ਸਵਾਲ ਜਵਾਬ ਸੈਸ਼ਨ ਕਰਨ ਦੀ ਜ਼ਿੰਮੇਵਾਰੀ ਵੀ ਵੀਰ ਰਾਜਾ ਸਿੰਘ ਜੀ ਦੀ ਹੈ। ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦਾ ਇਹ ਸੈਸ਼ਨ ਆਰੰਭ ਕੀਤਾ ਜਾਏ। ਵੀਰ ਰਾਜਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਲ ਜਵਾਬ ਸੈਸ਼ਨ ਵਿੱਚ ਸਾਰੀ ਸੰਗਤ ਦਾ ਬਹੁਤ ਬਹੁਤ ਸਵਾਗਤ ਹੈ ਜੀ। ਤੋ ਆਪ ਜੀ ਵੱਲੋਂ ਭੇਜੇ ਸਵਾਲ ਵੱਖ-ਵੱਖ ਵਿਸ਼ਿਆਂ ਤੇ ਉਹਨਾਂ ਦੇ ਉੱਤਰ ਲੈ ਕੇ ਜੋ ਪੈਨਲ ਹੈ ਆਪ ਦੇ ਸਾਹਮਣੇ ਹਾਜ਼ਰ ਹੈ ਜੀ। ਤੋ ਪੈਨਲ ਮੈਂਬਰਸ ਆਪ ਨੂੰ ਵਾਰੀ-ਵਾਰੀ ਫਤਿਹ ਦੀ ਸਾਂਝ ਕਰਨਗੇ। ਵੀਰ ਤੇਜਿੰਦਰ ਸਿੰਘ ਜੀ ਅਨਮਿਊਟ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਪ੍ਰਭ ਕੀਰਤਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਇਮਤੀ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਮਨਿੰਦਰ ਕੌਰ ਜੀ ਭੈਣ ਮਨਿੰਦਰ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕਿੱਕਰ ਸਿੰਘ ਜੀ। ਹਾਂਜੀ ਭਾਈ ਸਾਹਿਬ ਕਿੱਕਰ ਸਿੰਘ ਜੀ। ਸਰਦਾਰ ਜਗੀਰ ਸਿੰਘ ਜੀ। ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਫਤਿਹ। ਸਾ ਕਿੱਕਰ ਸਿੰਘ ਜੀ ਨਹੀਂ ਜੁਆਇਨ ਕੀਤੇ। ਹਾਂਜੀ ਵਾਹਿਗੁਰੂ ਜੀ ਕਾ ਫਤਿਹ ਜੀ। ਹਾਂਜੀ ਵਾਹਿਗੁਰੂ ਖਾਲਸਾ ਫਤਿਹ ਜੀ। ਤੋ ਸਾਧ ਸੰਗਤ ਜੀ ਆਪ ਨੂੰ ਭੇਜੇ ਜੋ ਸਵਾਲ ਨੇ, ਜਿਸ ਤਰ੍ਹਾਂ ਹਰ ਵਾਰੀ ਆਪ ਸਾਹਮਣੇ ਅਸੀਂ ਬੇਨਤੀ ਕਰੀਦੀ ਹੈ, ਸਵਾਲ ਆਪ ਜੀ ਭੇਜਦੇ ਹੋ, ਉਹਨਾਂ ਨੂੰ ਕੋਸ਼ਿਸ਼ ਕੀਤੀ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ, ਸਿੱਖ ਰਹਿਤ ਮਰਿਆਦਾ ਔਰ ਬਾਕੀ ਜਿਹੜੀਆਂ ਪ੍ਰਚਲਿਤ ਰੋਹ ਰੀਤਾਂ ਸਿੱਖ ਪੰਥ ਵਿੱਚ ਚੱਲਦੀਆਂ ਨੇ ਉਹਨਾਂ ਦੇ ਅਨੁਕੂਲ ਉੱਤਰ ਲੱਭਣ ਦੀ ਕੋਸ਼ਿਸ਼ ਕਰਕੇ ਜਿੱਥੋਂ ਤੱਕ ਹੋ ਸਕੇ ਆਪ ਜੀ ਦੇ ਸਨਮੁਖ ਇਹ ਪੈਨਲ ਹਾਜ਼ਰ ਹੁੰਦਾ। ਤੋ ਅੱਜ ਵੀ ਇਸੇ ਤਰ੍ਹਾਂ ਆਪ ਦੇ ਸਾਹਮਣੇ ਪੈਨਲ ਹਾਜ਼ਰ ਹੈ। ਤੋ ਸਵਾਲ ਸਾਡੇ ਕੋਲ ਜੋ ਪਹਿਲਾ ਸਵਾਲ ਜਿਹੜਾ ਹੈ ਉਹ ਹੈ ਕਿ ਗੁਰਬਾਣੀ ਨੂੰ, ਕਿਉਂਕਿ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 31 ਰਾਗਾਂ 'ਚ ਹੈ ਔਰ ਬਾਣੀ ਨੂੰ ਰਾਗਾਂ ਵਿੱਚ ਗਾਉਣ ਦਾ ਇਹ ਸਾਡਾ ਵਿਧਾਨ ਹੈ। ਤੇ ਕੁਝ ਕੁ ਬਾਣੀਆਂ ਨਿਤਨੇਮ ਵਗੈਰਾ ਦੀਆਂ ਛੱਡ ਕੇ ਬਾਕੀ ਬਾਣੀਆਂ ਤਕਰੀਬਨ ਸਾਰੀਆਂ ਜਿਹੜੀਆਂ ਨੇ ਉਹ ਰਾਗਾਂ ਅਨੁਸਾਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਜਦ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਤਾਂ ਉਹਨਾਂ ਨੇ ਰਾਗਾਂ ਦੀ ਵੰਡ ਦੇ ਮੁਤਾਬਕ ਗੁਰਬਾਣੀ ਜਿਹੜੀ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਪਾਦਨ ਕੀਤੀ। ਤੋ ਸਾਡੇ ਕੋਲ ਜੋ ਸਵਾਲ ਆਇਆ ਉਹ ਇਹ ਹੈ ਕਿ ਗੁਰਬਾਣੀ ਜਿਹੜੀ ਹੈ ਕਿਉਂਕਿ ਰਾਗਾਂ 'ਚ ਹੈ ਤੇ ਇਸ ਸਵਾਲ ਦੇ ਦੋ ਪਾਰਟ ਨੇ। ਪਹਿਲਾ ਇਹ ਹੈ ਵੀ ਕਿ ਜਿਹੜੇ ਨਿਰਧਾਰਤ ਰਾਗ ਨੇ ਉਹਨਾਂ ਵਿੱਚ ਹੀ ਸ਼ਬਦ ਗਾਇਨ ਕਰਨਾ ਚਾਹੀਦਾ। ਜਿਵੇਂ ਉਦਾਹਰਨ ਦੇ ਤੌਰ ਤੇ ਆਸਾ ਰਾਗ ਹੈ, ਆਸਾ ਰਾਗ ਦੇ ਸ਼ਬਦ ਆਸਾ ਰਾਗ 'ਚ ਗਾਣੇ ਨੇ ਔਰ ਜੇ ਕੋਈ ਹੋਰ ਬਾਕੀ ਵਡਹੰਸ ਰਾਗ ਹੈ ਜਾਂ ਜਿਹੜੇ ਵੀ ਰਾਗ ਨੇ ਉਹਨਾਂ 'ਚ ਗਾਉਣੇ ਨੇ। ਦੂਸਰੀ ਹੈ ਕਿ ਦੂਜਾ ਪਾਰਟ ਜਿਹੜਾ ਸਵਾਲ ਦਾ, ਸਵਾਲ ਕਰਤਾ ਪੁੱਛਦੇ ਨੇ ਵੀ ਜਿਸ
ਪ੍ਰਾਣੀ ਨੂੰ ਰਾਗਾਂ ਦੀ ਵਿਦਿਆ ਨਹੀਂ ਹੈ, ਕਿਉਂਕਿ ਅਸੀਂ ਬਹੁਤ ਸਾਰੇ ਐਸੇ ਹਨ ਜਿਹਨਾਂ ਨੂੰ ਰਾਗਾਂ ਦੀ ਵਿਦਿਆ ਨਹੀਂ, ਤੇ ਕਿਆ ਉਹਨਾਂ ਲਈ ਇਹ ਬੰਦਿਸ਼ ਹੈ ਕੀਰਤਨ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ? ਤਾਂ ਮੈਂ ਬੇਨਤੀ ਕਰ ਰਿਹਾ ਮਨਿੰਦਰ ਕੌਰ ਜੀ ਨੂੰ ਕਿ ਕਿਰਪਾ ਕਰਕੇ ਇਸ ਸਵਾਲ ਦੇ ਦੋਨਾਂ ਪੱਖਾਂ ਤੇ ਉੱਤਰ ਦੇਣ ਦੀ ਕਿਰਪਾਲਤਾ ਕਰਨ। ਭੈਣ ਮਨਿੰਦਰ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਜੀ, ਜਿਸ ਤਰ੍ਹਾਂ ਕਿ ਵੀਰ ਜੀ ਨੇ ਦੱਸਿਆ ਹੈ ਕਿ ਇਹ ਜੋ ਸਵਾਲ ਹੈ ਇਹ ਦੋ ਭਾਗਾਂ ਵਿੱਚ ਪੁੱਛਿਆ ਗਿਆ ਹੈ, ਤੇ ਇਸ ਸਵਾਲ ਵਿੱਚ ਸਵਾਲਕਰਤਾ ਨੇ ਜਿਹੜੇ ਦੋ ਸਵਾਲ ਪੁੱਛੇ ਹਨ, ਉਸ ਵਿੱਚੋਂ ਪਹਿਲਾ ਸਵਾਲ ਹੈ ਕਿ ਗੁਰਬਾਣੀ ਰਾਗਾਂ ਵਿੱਚ ਹੈ, ਇਸ ਲਈ ਕਿ ਨਿਰਧਾਰਿਤ ਰਾਗਾਂ ਅਨੁਸਾਰ ਹੀ ਗਾਇਨ ਕਰਨਾ ਚਾਹੀਦਾ ਹੈ। ਤੇ ਦੂਜਾ ਸਵਾਲ ਹੈ ਜਿਸ ਨੂੰ ਰਾਗ ਵਿਦਿਆ ਦਾ ਗਿਆਨ ਨਹੀਂ ਕਿ ਉਹ ਬਿਨਾਂ ਰਾਗਾਂ ਦੀ ਬੰਦਿਸ਼ ਦੇ ਕੀਰਤਨ ਕਰ ਸਕਦੇ ਹਨ। ਤੇ ਪਹਿਲੇ ਸਵਾਲ ਲਈ ਸਭ ਤੋਂ ਪਹਿਲਾਂ ਅਸੀਂ ਰਹਿਤ ਮਰਿਆਦਾ ਦੀ ਗੱਲ ਕਰਦੇ ਹਾਂ, ਤਾਂ ਉਸ ਵਿੱਚ ਸਪਸ਼ਟ ਲਿਖਿਆ ਹੈ ਕਿ ਰਾਗਾਂ ਵਿੱਚ ਬਾਣੀ ਦਾ ਗਾਇਨ ਕਰਨ ਨੂੰ ਕੀਰਤਨ ਕਹਿੰਦੇ ਹਨ, ਤੇ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ, ਸਾਡੇ ਕੋਲ ਇਹ ਅਥਾਰਟੀ ਨਹੀਂ ਹੈ। ਤੇ ਸਿੱਖ ਧਰਮ ਵਿੱਚ ਕੀਰਤਨ ਦੀ ਪਰੰਪਰਾ ਪੀੜ੍ਹੀ ਦਰ ਪੀੜ੍ਹੀ ਪਹਿਲਾਂ ਗੁਰੂ ਕਾਲ ਅਤੇ ਫਿਰ ਬਾਅਦ ਵਿੱਚ ਗੁਰਸਿੱਖਾਂ ਰਾਹੀਂ ਅੱਜ ਤੱਕ ਉਸੇ ਪਿਆਰ, ਸਤਿਕਾਰ ਅਤੇ ਨਿਯਮਾਂ ਅਨੁਸਾਰ ਸਾਰੇ ਪੰਜਾਂ ਤਖਤਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਰੰਪਰਾ ਸਰੂਪ ਚਲੀ ਆ ਰਹੀ ਹੈ। ਤੇ ਗੁਰਬਾਣੀ ਕੀਰਤਨ ਦਾ ਹਮੇਸ਼ਾ ਤੋਂ ਸਿੱਖ ਜੀਵਨ ਜਾਂਚ ਵਿੱਚ ਇੱਕ ਅਦੁੱਤੀ ਅਤੇ ਉੱਚਾ ਸਥਾਨ ਰਿਹਾ ਹੈ, ਜਿਸ ਵਿੱਚ ਕੀਰਤਨ ਕੇਵਲ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀ ਰਚਨਾ ਦਾ ਹੀ ਕਰਨ ਦੀ ਤਾਕੀਦ ਕੀਤੀ ਗਈ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮਤ ਵਿੱਚ ਸ਼ਬਦ ਪ੍ਰਧਾਨ ਗਾਇਕੀ ਨੂੰ ਹੀ ਪਰਵਾਨਿਆ ਗਿਆ ਹੈ, ਜਿਸ ਵਿੱਚ ਰਾਗ ਨੂੰ ਹਾਵੀ ਨਹੀਂ ਹੋਣ ਦਿੱਤਾ ਜਾਂਦਾ, ਕਿਉਂਕਿ ਕੀਰਤਨ ਕਰਨ ਦਾ ਮਨੋਰਥ ਗੁਰਮਤ ਦ੍ਰਿੜ ਕਰਦਿਆਂ ਜਾਂ ਕਰਾਉਂਦਿਆਂ ਕਰਤੇ ਨਾਲ ਜੁੜਨਾ ਜਾਂ ਜੋੜਨਾ ਹੈ। ਤੇ ਇੱਕ ਸਿੱਖ ਅਤੇ ਇੱਕ ਰਾਗੀ ਹੋਣ ਦੇ ਨਾਤੇ ਇਹ ਜ਼ਰੂਰੀ ਹੈ, ਦੋਨੋਂ ਲਈ ਇਹ ਜ਼ਰੂਰੀ ਹੈ ਕਿ ਨਿਰਧਾਰਿਤ ਰਾਗ ਵਿੱਚ ਹੀ ਕੀਰਤਨ ਕਰੀਏ, ਕਿਉਂਕਿ ਨਿਤਨੇਮ ਦੀ ਅਤੇ ਹੋਰ ਕੁਝ ਬਾਣੀਆਂ ਨੂੰ ਛੱਡ ਕੇ ਬਾਕੀ ਸਾਰੀ ਬਾਣੀ ਤੇ ਰਾਗਾਂ ਦਾ ਵੇਰਵਾ ਦਿੱਤਾ ਗਿਆ ਹੈ। ਜੇ ਸੂਹੀ ਰਾਗ, ਜੈਜਵੰਤੀ ਰਾਗ ਜਾਂ ਹੋਰ ਕੋਈ ਰਾਗ, ਗੌੜੀ ਰਾਗ ਸਿਰਲੇਖ ਦਿੱਤਾ ਹੈ, ਤੇ ਉਹਨਾਂ ਦੀਆਂ ਜੇ ਵੰਨਗੀਆਂ ਹਨ ਤੇ ਉਸ ਦੀ ਵੀ ਜਾਣਕਾਰੀ ਨਾਲ ਹੀ ਦਿੱਤੀ ਹੈ, ਜਿਵੇਂ ਗੌੜੀ ਚੇਤੀ ਜਾਂ ਬੈਰਾਗਨ, ਗੌੜੀ ਬੈਰਾਗਨ ਜਾਂ ਹੋਰ ਕੋਈ ਵੀ ਵੰਨਗੀ ਹੈ, ਉਸ ਦੀ ਜਾਣਕਾਰੀ ਵੀ ਦਿੱਤੀ ਹੈ। ਤਾਂ ਇਸ ਤੋਂ ਸਪਸ਼ਟ ਹੈ ਕਿ ਰਾਗ ਦਾ ਗਾਇਨ ਰਾਗ ਵਿੱਚ ਹੀ ਕਰਨਾ ਚਾਹੀਦਾ ਹੈ, ਜਿਹੜਾ ਸ਼ਬਦ ਹੈ ਉਸਦਾ ਗਾਇਨ ਉਸੇ ਰਾਗ ਵਿੱਚ ਹੀ ਕਰਨਾ ਚਾਹੀਦਾ ਹੈ। ਤੇ ਜੇ ਦੂਜਾ ਸਵਾਲ ਹੈ ਜਿਸ ਨੂੰ ਕਿ ਰਾਗ ਵਿਦਿਆ ਦਾ ਗਿਆਨ ਨਹੀਂ ਕਿ ਉਹ ਬਿਨਾਂ ਰਾਗ ਦੀ ਬੰਦਿਸ਼ ਦੇ ਕੀਰਤਨ ਕਰ ਸਕਦੇ ਹਨ, ਤੇ ਜਿਸ ਨੂੰ ਰਾਗ ਵਿਦਿਆ ਦਾ ਗਿਆਨ ਨਹੀਂ ਹੈ ਤੇ ਨਾ ਹੀ ਤਾਲੀਮ ਲਈ ਹੈ, ਤੇ ਉਸ ਨੂੰ ਕੁਝ ਨਹੀਂ ਕਿਹਾ ਜਾ ਸਕਦਾ। ਪਰ ਜੋ ਤਾਲੀਮ ਲੈਣਾ ਚਾਹੁੰਦਾ ਹੈ, ਸਿੱਖਣਾ ਚਾਹੁੰਦਾ ਹੈ, ਤੇ ਪਰੰਪਰਾ ਮੁਤਾਬਕ ਹੀ ਸਿੱਖਣਾ ਚਾਹੀਦਾ ਹੈ। ਉਸ ਨੂੰ ਸਮਝਾਉਣਾ ਪਏਗਾ ਕਿ ਗੁਰੂ ਸਾਹਿਬ ਦਾ ਹੁਕਮ ਮੋੜ ਕੇ ਅਸੀਂ ਬੇਅਦਬੀ ਹੀ ਕਰ ਰਹੇ ਹਾਂ। ਕੀਰਤਨ ਦਾ ਮਤਲਬ ਹੈ ਕੀਰਤੀ ਕਰਨੀ, ਰੱਬ ਦੀਆਂ ਗੱਲਾਂ ਕਰਨੀਆਂ ਕੀਰਤੀ ਹੈ। ਸੋ ਜੇ ਸ਼ਬਦ ਨੂੰ ਜੋਟਿਆਂ ਦੀਆਂ ਧਾਰਨਾ ਜਾਂ ਲੈਬੱਧਤਾ ਨਾਲ ਪੜ੍ਹਨਾ ਹੋਵੇ ਤੇ ਸ਼ਬਦ ਪੜ੍ਹਦਿਆਂ ਬਾਹਰ ਦੀਆਂ ਮਨ ਘੜਨ ਤੇ ਵਾਧੂ ਤੁੱਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਇਨ ਕਰਨਾ ਇਹ ਅਯੋਗ ਹੈ। ਸ਼ਬਦ ਦੀ ਤੁਕ ਨੂੰ ਹੀ ਧਾਰਨਾ ਬਣਾਈ ਜਾਵੇ। ਜ਼ਿਆਦਾ ਕਰਕੇ ਰਾਹੋ ਦੀ ਪੰਕਤੀ ਜਾਂ ਜਿਸ ਵੀ ਸ਼ਬਦ ਦਾ ਅੰਤਰੀ ਭਾਵ ਹੋਵੇ ਉਸ ਨੂੰ ਸਥਾਈ ਬਣਾਇਆ ਜਾਵੇ। ਜਦੋਂ ਪ੍ਰੇਮੀ ਸੱਜਣ ਜੋਟਿਆਂ ਨਾਲ ਸ਼ਬਦ ਪੜ੍ਹਦੇ ਹਨ ਜਾਂ ਰਲ ਕੇ ਗਾਉਣਾ ਬਹੁਤ ਭਲਾ ਪ੍ਰਤੀਤ ਹੁੰਦਾ ਹੈ, ਪਰ ਅਜਿਹਾ ਕਰਨ ਲੱਗਿਆਂ ਵੀ ਸੁਚੇਤ ਰਹਿਣਾ ਜ਼ਰੂਰੀ ਹੈ। ਸੁਚੇਤ ਰਹਿਣ ਦੀ ਲੋੜ ਹੈ ਕਿ ਗੁਰਬਾਣੀ ਦੀ ਨਿਰੋਲਤਾ ਨੂੰ ਕਾਇਮ ਰੱਖਣ ਲਈ ਬਾਹਰ ਦੀਆਂ ਮਨ ਘੜਨ ਤੇ ਵਾਧੂ ਤੁੱਕਾਂ ਨਾ ਰਲਾਈਆਂ ਜਾਣ। ਇਸ ਨਾਲ ਇੱਕ ਤਾਂ ਬਾਣੀ ਪ੍ਰਤੀ ਭੁਲੇਖਾ ਪੈ ਜਾਂਦਾ ਹੈ ਕਿ ਇਹ ਤੁਕ ਵੀ ਬਾਣੀ ਦੀ ਹੋਏਗੀ, ਤੇ ਦੂਜੀ ਗੱਲ ਹੈ ਸਤਿਗੁਰ ਪਾਤਸ਼ਾਹ ਵੱਲੋਂ ਬਾਣੀ ਦੀ ਜੋ ਨਿਸ਼ਚਿਤ ਤਰਤੀਬ ਦਿੱਤੀ ਗਈ ਹੈ, ਜਿਸ ਵਿੱਚ ਇੱਕ ਮਾਤਰਾ ਵੀ ਵਧਾਈ ਘਟਾਈ ਨਹੀਂ ਜਾ ਸਕਦੀ, ਉਸ ਦੀ ਵੀ ਉਲੰਘਣਾ ਹੁੰਦੀ ਹੈ। ਸੋ ਉਮੀਦ ਹੈ ਕਿ ਜੋ ਆਪ ਜੀ ਦੁਆਰਾ ਪੁੱਛਿਆ ਗਿਆ ਸਵਾਲ ਸੀ ਮੈਂ ਉਸਦਾ ਜਵਾਬ ਦੇ ਸਕੀ ਹੋਵਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕੀਰਤਨ ਦਾ ਇਲਮ ਇੱਕ ਬਹੁਤ ਵਾਹਿਗੁਰੂ ਦੀ ਬਖਸ਼ਿਸ਼ ਹੈ, ਹਰੇਕ ਮਨੁੱਖ ਦੇ ਵੱਸ ਦਾ ਨਹੀਂ।
ਦਾਸ ਨੇ ਕਈ ਵਾਰ ਕੋਸ਼ਿਸ਼ ਕੀਤੀ, ਪਰੰਤੂ ਕਿਸੇ ਨਾ ਕਿਸੇ ਵਜ੍ਹਾ ਕਰਕੇ ਕਾਮਯਾਬੀ ਨਹੀਂ ਮਿਲੀ। ਤੇ ਮੈਂ ਸਮਝਦਾ ਵੀ ਸਤਿਗੁਰੂ ਦੀ ਜਿੰਨਾ ਚਿਰ ਬਖਸ਼ਿਸ਼ ਨਹੀਂ ਹੈ, ਇਹ ਕੀਰਤਨ ਬੜੀ ਨਿਰਬੋਲ ਦਾਤ ਹੈ। ਤੋ ਜਿਨ੍ਹਾਂ ਨੂੰ ਕੀਰਤਨ ਦਾ ਇਹ ਇਲਮ ਹੈ, ਔਰ ਜਿਹੜੇ ਗੁਰਬਾਣੀ ਨੂੰ ਨਿਰਧਾਰਿਤ ਕੀਰਤਨ 'ਚ ਕਰਦੇ ਨੇ, ਰਾਗਾਂ 'ਚ ਕੀਰਤਨ ਕਰਦੇ ਨੇ, ਬੜੇ ਮੁਬਾਰਕ ਨੇ। ਬਸ ਇੱਕ ਗੱਲ ਦਾ ਖਿਆਲ ਰੱਖਣ ਦੀ ਲੋੜ ਹੈ ਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ, ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਗੁਰੂ ਆਸ਼ੇ ਤੋਂ ਉਲਟ ਕੋਈ ਐਸੀ ਰਚਨਾ ਜਿਹੜੀ ਹੈ ਉਹ ਨਾ ਹੋਵੇ, ਜਾਂ ਐਸੀਆਂ ਮਨ ਘੜਤ ਕੋਈ ਆਪਣੇ ਕੋਲੋਂ ਦੁਕਾਨਾਂ ਲਾਈਆਂ ਜਾਣ। ਕਿਉਂਕਿ ਕਈ ਵਾਰੀ ਜਿਹੜੀ ਇਹ ਕੱਚੀਆਂ ਧਾਰਨਾ ਲਾ ਕੇ ਪੜ੍ਹਦੇ ਨੇ, ਉਹਨਾਂ ਨੂੰ ਪੁੱਛਣ ਤੇ ਉਹਨਾਂ ਦਾ ਉੱਤਰ ਹੁੰਦਾ ਨਹੀਂ ਜੀ, ਅਸੀਂ ਚਾਹੁੰਦੇ ਹਾਂ ਕਿ ਸੰਗਤਾਂ ਨੂੰ ਚੰਗੀ ਤਰ੍ਹਾਂ ਸਮਝਾਓ, ਖਾਸ ਕਰਕੇ ਡੇਰਿਆਂ ਦੇ। ਤੇ ਸਮਝ ਦੀ ਗੱਲ ਤੇ ਹੈ ਵੀ ਜੇ ਗੁਰੂ ਸਾਹਿਬ ਨੇ ਜਿਹੜੀ ਬਾਣੀ ਰਚੀ ਹੈ, ਜਾਂ ਬਾਕੀ ਮਹਾਂਪੁਰਖਾਂ ਨੇ, ਉਹਨਾਂ ਨੇ ਸਾਰਾ ਬੜਾ ਵੱਡਾ ਉਹਨਾਂ ਦਾ ਵਿਜ਼ਨ ਸੀਗਾ। ਤੇ ਅੱਜ ਅਸੀਂ ਸੋਚੀਏ ਵੀ ਸ਼ਾਇਦ ਅਸੀਂ ਉਹਨਾਂ ਤੋਂ ਅੱਗੇ ਨਿਕਲਦਾ, ਇਹ ਗੱਲ ਨਹੀਂ ਹੈ। ਤੇ ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਜਿਹੜੀਆਂ ਬੰਦਸ਼ਾਂ ਮਰਿਆਦਾ ਵਿੱਚ ਨੇ, ਗੁਰਮਤਿ ਵਿੱਚ ਨੇ, ਉਹਨਾਂ ਦਾ ਪਾਲਣ ਜ਼ਰੂਰ ਕਰੀਏ। ਤੋ ਭੈਣ ਜੀ ਨੇ ਦੋਨੋਂ ਪੱਖਾਂ ਦਾ ਜਿਹੜਾ ਇਸ ਸਵਾਲ ਦੇ ਦੋਨੋਂ ਪੱਖ ਨੇ ਉਹਨਾਂ ਦਾ ਉੱਤਰ ਦਿੱਤਾ ਹੈ, ਇਸ ਲਈ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ। ਤੋ ਸਾਧ ਸੰਗਤ ਜੀ, ਕਈ ਵਾਰੀ ਐਸਾ ਹੁੰਦਾ ਹੈ ਕਿ ਜਿਸ ਵੇਲੇ ਅਸੀਂ ਗੁਰਦੁਆਰਾ ਸਾਹਿਬ ਪਹੁੰਚਦੇ ਹਾਂ ਤਾਂ ਕਈ ਵਾਰੀ ਐਸਾ ਹੁੰਦਾ ਹੈ ਕਿ ਉੱਥੇ ਪਹਿਲਾਂ ਹੀ ਅਰਦਾਸ ਜਿਹੜੀ ਸ਼ੁਰੂ ਹੁੰਦੀ। ਤੇ ਹੁਣ ਸਵਾਲ ਕਰਤਾ ਨੇ ਇਹ ਪੁੱਛਿਆ ਵੀ ਜੇਕਰ ਗੁਰਦੁਆਰੇ ਪੁੱਜੀਏ ਤੇ ਪਹਿਲੇ ਅਰਦਾਸ ਹੋ ਰਹੀ ਹੈ ਵੀ ਸਾਰੀ ਸੰਗਤ ਸਾਵਧਾਨ ਹੋਵੇ, ਤਾਂ ਉਸ ਵੇਲੇ ਕੀ ਜਾ ਕੇ ਮੱਥਾ ਟੇਕਣਾ ਚਾਹੀਦਾ ਹੈ ਜਾਂ ਜੁੜਨਾ ਚਾਹੀਦਾ? ਮੈਂ ਬੇਨਤੀ ਕਰ ਰਿਹਾ ਵੀਰ ਪ੍ਰਭ ਕੀਰਤਨ ਸਿੰਘ ਜੀ ਵੀ ਉਹ ਕਿਰਪਾ ਕਰੋ ਕਿ ਇਹਦੇ ਤੇ ਚਾਨਣਾ ਪਾਓ। ਵੀਰ ਪ੍ਰਭ ਕੀਰਤਨ ਸਿੰਘ। ਹਾਂਜੀ ਵੀਰ ਜੀ, ਇਹ ਜੋ ਸਵਾਲ ਵੀਰ ਜੀ ਨੇ ਪੁੱਛਿਆ ਕਿ ਜੇ ਅਰਦਾਸ ਚੱਲ ਰਹੀ ਹੈ ਤਾਂ ਅਸੀਂ ਉੱਥੇ ਪਹੁੰਚ ਜਾਈਏ, ਤਾਂ ਚੱਲ ਰਹੀ ਅਰਦਾਸ ਦੇ ਵਿੱਚ ਜਾ ਕੇ ਸਤਿਗੁਰੂ ਜੀ ਦੇ ਅੱਗੇ ਜਾ ਕੇ ਮੱਥਾ ਟੇਕਣਾ ਯੋਗ ਹੈ ਜਾਂ ਨਹੀਂ। ਵੈਸੇ ਤਾਂ ਇਹ ਗੱਲ ਅਸੀਂ ਕਹੀਏ ਕਿ ਕਾਮਨ ਸੈਂਸ ਜਾਂ ਤਹਿਜ਼ੀਬ ਦੀ ਹੈ ਕਿ ਜਦੋਂ ਸਾਰੀ ਸੰਗਤ ਜੁੜ ਕੇ ਅਰਦਾਸ ਕਰ ਰਹੀ ਹੈ ਤੇ ਜੇ ਅਸੀਂ ਉੱਥੇ ਜਾ ਕੇ ਵਿੱਚੋਂ ਮੱਥਾ ਟੇਕਾਂਗੇ ਤੇ ਸਭ ਦਾ ਧਿਆਨ ਜਿਹੜਾ ਉਹਦੇ ਵਿੱਚੋਂ ਉਖੜੇਗਾ, ਜੋ ਕਿ ਮੇਰਾ ਖਿਆਲ ਹੈ ਕਿ ਜੇ ਅਸੀਂ ਨਿਮਰਤਾ ਦੇ ਵਿੱਚ ਸਤਿਗੁਰੂ ਜੀ ਦੇ ਦਰਸ਼ਨ ਕਰਨ ਗਏ ਹਾਂ ਤਾਂ ਸਾਨੂੰ ਕਿਸੇ ਵੀ ਤਰ੍ਹਾਂ ਯੋਗ ਨਹੀਂ ਲੱਗੇਗਾ। ਪਰ ਗੱਲ ਸਿਰਫ ਇੰਨੀ ਨਹੀਂ ਹੈ, ਸਿਰਫ ਕਾਮਨ ਸੈਂਸ ਦੀ ਗੱਲ ਨਹੀਂ ਹੈ। ਇਹ ਸਿੱਖ ਰਹਿਤ ਮਰਿਆਦਾ ਦੇ ਵਿੱਚ ਜੋ ਸਾਨੂੰ ਮਰਿਆਦਾ ਮਿਲਦੀ ਹੈ, ਅਗਰ ਅਸੀਂ ਉਹਨੂੰ ਵੀ ਸਾਹਮਣੇ ਰੱਖੀਏ ਤੇ ਇਹ ਗੱਲ ਸਪਸ਼ਟ ਹੋ ਜਾਂਦੀ ਹੈ। ਜਿਹੜਾ ਤੀਜਾ ਹਿੱਸਾ ਅਰਦਾਸ ਜਿਹਦੇ ਵਿੱਚ ਸਪੈਸੀਫਾਈ ਕੀਤਾ ਗਿਆ ਹੈ ਰਹਿਤ ਮਰਿਆਦਾ ਦੇ ਵਿੱਚ, ਉਹਦੇ ਵਿੱਚ ਇੱਕ ਪੈਰਾਗ੍ਰਾਫ ਹੈ ਐੜਾ ਦੇ ਹੇਠ ਜੋ ਦਰਜ ਹੈ ਕਿ ਅਰਦਾਸ ਹੋਣ ਸਮੇਂ ਸੰਗਤ ਵਿੱਚ ਹਾਜ਼ਰ ਸਾਰੇ ਇਸਤਰੀ ਪੁਰਸ਼ਾਂ ਨੂੰ ਹੱਥ ਜੋੜ ਕੇ ਖਲੋਣਾ ਚਾਹੀਦਾ ਹੈ। ਜੋ ਸੱਜਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਾ ਹੋਵੇ ਉਹ ਵੀ ਉੱਠ ਕੇ ਚੌੜ ਕਰੇ। ਤੋ ਜਦੋਂ ਇਸ ਕਿਸਮ ਦੀ ਰਿਕੁਆਇਰਮੈਂਟ ਸਾਨੂੰ ਮਤਲਬ ਸਾਡੇ ਲਈ ਡਿਸਪਲਿਨ ਬਣਾ ਦਿੱਤਾ ਗਿਆ ਹੈ, ਤਾਂ ਉਹਦੇ ਵਿੱਚ ਜਾ ਕੇ ਤੇ ਮੱਥਾ ਟੇਕਣਾ ਤੇ ਸਾਰਿਆਂ ਨੂੰ ਡਿਸਟਰਬ ਕਰਨਾ, ਉਹ ਤੇ ਫਿਰ ਬਿਲਕੁਲ ਇੱਕ ਕਿਸਮ ਨਾਲ ਅਸੀਂ ਕਹੀਏ ਕਿ ਰਹਿਤ ਮਰਿਆਦਾ ਦੀ ਹੀ ਉਲੰਘਣਾ ਬਣ ਜਾਂਦੀ ਹੈ। ਤੇ ਜਦੋਂ ਅਰਦਾਸ ਖੜੇ ਹੋ ਕੇ ਸਾਰੀ ਸੰਗਤ ਕਰ ਰਹੀ ਹੁੰਦੀ ਹੈ, ਉਸ ਤੋਂ ਬਾਅਦ ਵੀ ਬੜੇ ਡਿਟੇਲ ਦੇ ਵਿੱਚ ਸਪੈਸੀਫਾਈ ਕੀਤਾ ਗਿਆ ਹੈ ਕਿ ਜਦੋਂ ਅਰਦਾਸ ਦੀ ਸਮਾਪਤੀ ਹੋ ਜਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਤਾਂ ਇਸ ਤੋਂ ਉਪਰੰਤ ਅਰਦਾਸ ਵਿੱਚ ਸ਼ਾਮਲ ਹੋਣ ਵਾਲੀ ਸਾਰੀ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਦਬ ਨਾਲ ਮੱਥਾ ਟੇਕੇ ਤੇ ਫਿਰ ਖੜੇ ਹੋ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਤੇ ਉਪਰੰਤ ਸਤਿ ਸ੍ਰੀ ਅਕਾਲ ਜੀ ਦਾ ਜੈਕਾਰਾ ਗਜਾਇਆ ਜਾਵੇ। ਤੋ ਇਹਨਾਂ ਸਾਰੀਆਂ ਗੱਲਾਂ ਤੋਂ ਇਹ ਸਪਸ਼ਟ ਹੈ ਕਿ ਰਹਿਤ ਮਰਿਆਦਾ ਦਾ ਹੀ ਇਹ ਜੋ ਡਿਸਪਲਿਨ ਹੈ ਉਹ ਸਾਡੇ ਲਈ, ਇਹ ਸਾਡੇ ਉੱਤੇ ਇੱਕ ਕੁੰਡਾ ਹੈ ਕਿ ਜਦੋਂ ਅਰਦਾਸ ਚੱਲ ਰਹੀ ਹੈ ਤੇ ਉਸ ਵੇਲੇ ਇੱਕ ਸਿੱਖ ਜੇ ਗੁਰਦੁਆਰੇ ਦੇ ਵਿੱਚ ਮੱਥਾ ਟੇਕਣ ਲਈ ਚਲਾ ਵੀ ਗਿਆ, ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਚਲਾ ਵੀ ਗਿਆ, ਤਾਂ ਇਟ ਇਜ਼ ਇਨਕੰਬੈਂਟ, ਉਹਦੇ ਵਾਸਤੇ ਜ਼ਰੂਰੀ ਹੈ ਕਿ ਉੱਥੇ ਉਹ ਬਾਕੀ ਸੰਗਤ ਦੇ ਨਾਲ ਹੀ ਖੜਾ ਹੋ ਕੇ ਨਿਮਰਤਾ ਦੇ ਵਿੱਚ ਆ ਕੇ ਉਸੇ ਤਰ੍ਹਾਂ ਹੀ ਸਤਿਗੁਰੂ ਜੀ ਦੇ ਅੱਗੇ ਅਰਦਾਸ ਦੇ ਵਿੱਚ ਆਪਣਾ ਮਨ ਜੋੜੇ, ਨਾ ਕਿ ਉਹ ਆਪਣੇ ਹਉਮੈ ਦੇ ਵਿੱਚ ਆ ਕੇ ਜਾਂ ਆਪਣੇ ਇਲ ਮੈਨਰਸ ਦੇ ਵਿੱਚ ਜਾ ਕੇ ਅੱਗੇ ਜਾ ਕੇ ਮੱਥਾ ਟੇਕੇ ਤੇ ਸਾਰਿਆਂ ਨੂੰ ਉਹ ਡਿਸਟਰਬ ਕਰੇ। ਤੋ ਮੇਰਾ ਖਿਆਲ ਹੈ ਕਿ ਇਹਦੇ ਨਾਲ ਆਪ ਜੀ ਨੂੰ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰੇਕ ਸਭਿਅਕ ਮਨੁੱਖ ਨੂੰ ਡਿਸਪਲਿਨ ਵਿੱਚ ਰਹਿਣਾ ਫੱਬਦਾ, ਔਰ ਡਿਸਪਲਿਨ ਜਿਹੜਾ ਜ਼ਿੰਦਗੀ ਦੇ ਹਰ ਸੈਕਟਰ ਵਿੱਚ, ਹਰ ਖੇਤਰ ਵਿੱਚ ਡਿਸਪਲਿਨ ਪਹਿਲੇ ਹੈ। ਜਿੱਥੇ ਡਿਸਪਲਿਨ ਨਹੀਂ ਉੱਥੇ ਕੁਝ ਵੀ ਨਹੀਂ।
ਤੇ ਗੁਰਦੁਆਰਾ ਸਾਹਿਬ ਤੇ ਸਾਨੂੰ ਸਿਖਾਉਂਦੇ ਹੀ ਡਿਸਪਲਿਨ ਨੇ, ਜਿੱਥੇ ਕੇਵਲ ਸਾਡਾ ਪਰਮਾਰਥ ਨਹੀਂ, ਉੱਥੇ ਸਾਡਾ ਪਰਮਾਰਥ ਵੀ ਹੈ, ਉੱਥੇ ਸਾਡਾ ਜਿਹੜਾ ਆਮ ਸੰਸਾਰਕ ਜਿਹੜਾ ਦੁਨਿਆਵੀ ਜੀਵਨ ਹੈ ਉਹਦੇ ਲਈ ਵੀ ਡਿਸਪਲਿਨ ਹੈ ਵੀ ਗੁਰਦੁਆਰਾ ਸਾਹਿਬ ਕਿਵੇਂ ਜਾਣਾ ਹੈ, ਕਿਵੇਂ ਬਹਿਣਾ ਹੈ, ਕਿਵੇਂ ਅਸੀਂ ਉੱਥੇ ਬਾਕੀ ਸਿਸਟਮ। ਔਰ ਇਹ ਇੱਕ ਸਤਿਗੁਰੂ ਜੀ ਦੀ ਕਿਰਪਾ ਹੈ ਕਿ ਸਾਰੇ ਸੰਸਾਰ ਵਿੱਚ ਜਿਹੜਾ ਗੁਰਦੁਆਰਾ ਦਾ ਡਿਸਪਲਿਨ ਹੈ ਉਹਨੂੰ ਸਾਰੀ ਦੁਨੀਆ ਮੰਨਦੀ ਹੈ ਕਿ ਗੁਰਦੁਆਰਿਆਂ ਵਿੱਚ ਡਿਸਪਲਿਨ ਬਹੁਤ ਹੈ, ਔਰ ਹੋਣਾ ਵੀ ਚਾਹੀਦਾ। ਸਤਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਇਹ ਡਿਸਪਲਿਨ ਜਿਹੜਾ ਬਣਿਆ ਰਹੇ। ਔਰ ਵੀਰ ਜੀ ਨੇ ਬੜਾ ਦਰੁਸਤ ਦੱਸਿਆ ਕਿ ਜੇ ਅਰਦਾਸ ਚੱਲਦੀ ਹੋਵੇ ਤਾਂ ਸਾਨੂੰ ਜਾ ਕੇ ਉੱਥੇ ਖੜੋ ਜਾਣਾ ਚਾਹੀਦਾ ਹੈ। ਜਿੱਥੇ ਵੀ ਸਥਾਨ ਮਿਲਦਾ ਆਪਾਂ ਜਾ ਕੇ ਹੱਥ ਜੋੜ ਕੇ ਖੜੋ ਸਕਦੇ ਹਾਂ, ਜਿੰਨਾ ਚਿਰ ਅਰਦਾਸ ਦੀ ਸਮਾਪਤੀ ਨਹੀਂ। तो वीर प्रभ कीर्तन सिंह जी आप जी का बहुत बहुत धन्यवाद है। तो साध संगत जी मैं फिर बेनती करते हैं कि आप जी सवाल भेजते हो, वो बड़ी अच्छी गल है क्योंकि हरेक सवाल साडे लई प्रेरणादायक स्रोत बन जाता, असीं फिर उत्ते मेहनत करते। पर नाल नाल मैं हर वारी बेनती करदा कि सवालों के नाल नाल असीं चाहांगे कि तुहाडे सुझाव भी होण, सानूं किरपा करके सुझाव दिया करो कि ये जिहड़ा सवाल जवाब का जिहड़ा सिलसिला चल रहा हरेक सोमवार मैनूं आपां किवें होर वधिया बना सकदे। और साडी संगत विच बड़ी साडी खुशकिस्मती है कि संगत काफ़ी जुड़दी है, और सारी संगत जिहड़ी है सिर्फ जुड़दी नहीं जुड़ी हुई जुड़दी है। तो मैं चाहांगा कि सानूं वध तों वध तुहाडे सुझाव भी आउण और तुहाडी पार्टिसिपेशन इनवॉल्वमेंट जिहड़ी है वो भी चाहिदी। तो आओ साथ संगत अगला सवाल जिहड़ा है वो गुरबाणी दी कई बारी जिहड़े क्योंकि अर्थ ने गुरबाणी दी, गुरबाणी बड़ा डूंगा अर्थ भाव है। ਆਪਾਂ ਜਿੰਨੀ ਵਾਰ ਜੀ ਮਰਜ਼ੀ ਪੜ੍ਹ ਲਈਏ ਗੁਰਬਾਣੀ ਨੂੰ, ਸਾਨੂੰ ਨਵੀਆਂ ਤੋਂ ਨਵੀਆਂ ਚੀਜ਼ਾਂ ਮਿਲਦੀਆਂ। ਤਾਂ ਇਸ ਕਰਕੇ ਜ਼ਰੂਰੀ ਗੱਲ ਹੈ ਕਿ ਜਿਸ ਵੇਲੇ ਵੀ ਜਗਿਆਸੂ ਗੁਰਬਾਣੀ ਪੜ੍ਹਦਾ ਤੇ ਸਹਿਜ ਪਾਠ ਕਰਦਾ, ਉਹਦੇ ਮਨ ਵਿੱਚ ਕਈ ਵਾਰੀ ਕਈਆਂ ਅੱਖਰਾਂ ਬਾਰੇ, ਕਿਸੇ ਸ਼ਬਦਾਂ ਜਾਂ ਕਿਸੇ ਤੁਕ ਬਾਰੇ ਅਗਰ ਕਲੈਰਿਟੀ ਨਹੀਂ ਹੈ ਤੇ ਪੁੱਛਣ ਦੀ ਲੋੜ ਹੈ। ਔਰ ਇਹ ਬੜੀ ਚੰਗੀ ਗੱਲ ਹੈ, ਬਜਾਏ ਇਹਦੇ ਕਿ ਅਸੀਂ ਉਹਨੂੰ ਸਿਰਫ ਜੰਪ ਓਵਰ ਕਰ ਜਾਈਏ। ਨਹੀਂ, ਜਿੱਥੇ ਨਹੀਂ ਸਮਝ ਆਈ ਸਾਨੂੰ ਸਮਝਣੀ ਚਾਹੀਦੀ ਹੈ। ਜੇ ਆਪਾਂ ਸਹਿਜ ਪਾਠ ਵੀ ਕਰ ਰਹੇ ਹਾਂ ਤਾਂ ਜੇ ਕੋਸ਼ਿਸ਼ ਹੋਵੇ ਕਿ ਸਹਿਜ ਪਾਠ ਜਿਹੜਾ ਉਹ ਸੈਂਚੀਆਂ ਤੋਂ ਕੀਤਾ ਜਾਏ, ਤੇ ਤਾਂ ਜੇ ਜਿੱਥੇ ਵੀ ਸਾਨੂੰ ਕੋਈ ਸਮੱਸਿਆ ਆਵੇ ਬਈ ਕੋਈ ਸ਼ਬਦ ਸਮਝ ਨਹੀਂ ਆ ਰਿਹਾ, ਅਸੀਂ ਨਾਲ ਹੀ ਉਹਦਾ ਅਰਥ ਜਿਹੜਾ ਦੇਖ ਲਈਏ ਤੇ ਫਿਰ ਸਾਨੂੰ ਉਹਦਾ ਜ਼ਿਆਦਾ ਲਾਭ ਹੋਵੇ। तो साढ़े को एक ऐसा ही क्वेश्चन आया, वो है कि कबीर प्रीत एक स्यों किए आन दुबदा जाए, भावें लांबे केस कर भावें घर मुंडाए। ये श्री गुरु ग्रंथ साहिब जी पन्ना 1365 से श्लोक है कबीर साहब जी का। तो ये बारे सवालकर्ता ने पूछा भी जिहड़े लफ्ज आए ने घर मुंडाए, ये की अर्थ है भी ये घर मुंडाए किवें आ गया विच। तो MP सिंह जी ने डिस्प्ले कर दिता है सामने ये जिहड़ा श्लोक है, और उन्होंने मैं बेनती कर रहा भी कृपा करके ये ते जरा खोल के चानना पाओ, क्योंकि कबीर साहब और बाबा फरीद जी के जिहड़े रचनावां ना वो काफ़ी डूंघियां ने, तो उन्हां च रमज़ां बहुत होंदियां ने, तो वो रमज़ां समझण दी लोड़ है। तो इस तरह की रमज़ जिहड़ी है इस श्लोक विच है, जिहड़े वीर MP सिंह जी हुण साडे सामने रखण। MP सिंह। वाहिगुरू जी का खालसा वाहिगुरू जी की फतेह। तो सवाल आया है भगत कबीर जी के श्लोक के बारे, जिहड़ा कि श्लोक नंबर 25 है। जदों भी असी कबीर जी के या फरीद जी के श्लोकों के बारे कोई विचार करते हाँ, तो एक गल असी हमेशा दृढ़ करवाते हैं, ध्यान दिवाते हैं इस वल कि बई इन्हां श्लोकों नूं एक लड़ी दे विच ही विचारना चाहिए है। इकल्ले इकल्ले श्लोक नूं अगर जे असीं पढ़ांगे तो कई बारी उहदे जिहड़े अर्थ स्पष्ट नहीं होंदे, क्योंकि गुरु पातशाह ने जिहड़े श्लोक दर्ज कीते ने एक सब्जेक्ट कंटिन्यू कुछ श्लोकां विच कई बारी इकट्ठा चलदा है। तो यही गल इस श्लोक के अर्थां नूं भी समझण लग्गिया जरूरी ध्यान च रखण वाली है। तो जिहड़ा ये विशा श्लोक नंबर 25 का है, एक्चुअली ये शुरू तो श्लोक नंबर 13-14 तो ही हो जाता है ते 40 नंबर तक चलता है, पर इमीडिएटली असी इहदे अगे पिछे दे एक दो श्लोकां दी विचार नाल जोड़ के ते इस श्लोक के अर्थ समझण दा यतन करते हाँ। तो पहला मैं आप जी के सामने श्लोक नंबर 24 तो आरंभ करके इसका पाठ करदा हाँ। कबीर तास्यों प्रीत कर जाको ठाकुर राम, पंडित राजे भूपति आवे कौने काम। ते 25वां श्लोक उस तो बाद है कबीर
ਪ੍ਰੀਤ ਇਕ ਸਿਉ ਕੀਏ ਆਨ ਦੁਬਿਧਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰਰ ਮੁੜਾਏ। ਇਸੇ ਦੇ ਭਾਵ ਦੇ ਨਾਲ ਹੀ ਜੁੜਦਾ ਹੋਇਆ ਅੱਗੇ ਸ਼ਲੋਕ ਨੰਬਰ 26 ਵੀ ਹੈ, ਪਰ ਉਹ ਅਸੀਂ 25 ਨੰਬਰ ਦੀ ਵਿਚਾਰ ਤੋਂ ਬਾਅਦ ਉਸ ਨੂੰ ਫਿਰ ਦੁਬਾਰਾ ਕੰਸੀਡਰ ਕਰਦੇ ਹਾਂ। तो 25 ਨੰਬਰ ਸ਼ਲੋਕ ਦਾ ਅਰਥ ਸਮਝਣ ਤੋਂ ਪਹਿਲਾਂ ਜੋ ਸਬਜੈਕਟ ਸ਼ੁਰੂ ਹੋਇਆ ਹੈ ਤੇ 24 ਨੰਬਰ ਦੇ ਸੰਖੇਪ ਵਿੱਚ ਅਰਥ ਸਮਝ ਲਈਏ। 24 ਨੰਬਰ ਸ਼ਲੋਕ ਵਿੱਚ ਕਬੀਰ ਜੀ ਕਹਿੰਦੇ ਹਨ ਕਿ ਕਬੀਰ ਤਾਸਿਓ ਪ੍ਰੀਤ ਕਰ ਜਾਕੋ ਠਾਕੁਰ ਰਾਮ। ਪ੍ਰੀਤ ਦਾ ਭਾਵ ਸਾਰੇ ਸਮਝਦੇ ਹੀ ਹਨ, ਪਿਆਰ, ਸਤਸੰਗ ਕਰਨਾ, ਉਹਦੇ ਨਾਲ ਜੁੜਨਾ, ਦੋਸਤੀ ਕਰਨੀ, ਨਜ਼ਦੀਕੀ ਰਿਸ਼ਤਾ ਬਣਾਉਣਾ। ਤਾਸਿਓ ਉਹਦੇ ਨਾਲ ਪ੍ਰੀਤ ਕਰ ਜਾਕੋ ਠਾਕੁਰ ਰਾਮ। ਠਾਕੁਰ ਦਾ ਭਾਵ ਹੈ ਜਿਹਦੀ ਉਹ ਪੂਜਾ ਕਰਦਾ ਹੈ, ਜਿਹਨੂੰ ਉਹ ਆਪਣਾ ਇਸ਼ਟ ਮੰਨਦਾ ਹੈ। तो कबीर जी इत्थे कह रहे हैं कि भी उस बंदे दे नाल तू प्यार कर, उहदे नाल नेड़ता बना, उहदे नाल संग कर, जिहदा सहारा। ठाकुर दा जो आखरी अर्थ वैसे है वो हुंदा है सहारा, जिहदे उत्ते बंदे नूं भरोसा हुंदा, जिहदे उत्ते टेक हुंदी है। तो ऐसे बंदे दे नाल तू जोड़ कर जिहड़ा अपना सहारा सर्व व्यापक राम नूं परमात्मा नूं मनदा है। दुनिया दे विच बड़े बड़े अलग अलग विश्वासां वाले लोग ने, जो कोई मूर्तियां दी पूजा करने वाले, कोई किसी एक खास देवी देवते की पूजा करने वाले। पर कबीर जी जिहड़े हन वो उस परमात्मा दी, प्रभु दी पूजा करन दी गल करदे हन हमेशा, जिहड़ा इक्को एक है, सर्व व्यापक है, रमिया होया है, किसी एक थां दे उत्ते जिहड़ा टिकिया होया नहीं है। ਉਹਨਾਂ ਦੇ ਸ਼ਲੋਕਾਂ ਦੇ ਵਿੱਚ ਵੀ ਕਿਧਰੇ ਇੱਕ ਹੋਰ ਜਗ੍ਹਾ ਵੀ ਜ਼ਿਕਰ ਆਉਂਦਾ ਹੈ ਕਿ ਕੁਝ ਲੋਕੀ ਹਨ ਜਿਹੜੇ ਸਮਝਦੇ ਹਨ ਕਿ ਦੱਖਣ ਦੇਸ਼ ਹਰੀਕਾ ਵਾਸਾ ਤੇ ਪੱਛਮ ਅੱਲਾ ਮੁਕਾਮਾ। ਮੁਸਲਮਾਨ ਕਹਿੰਦੇ ਹਨ ਕਿ ਵੀ ਅੱਲਾ ਦਾ ਨਿਵਾਸ ਜਿਹੜਾ ਹੈ ਉਹ ਕਾਬੇ ਵਿੱਚ ਹੈ, ਪੱਛਮ ਦਿਸ਼ਾ ਵਿੱਚ। ਹਿੰਦੂ ਜਿਹੜੇ ਹਨ ਉਹ ਦਵਾਰਕਾ ਨਗਰੀ ਸਾਊਥ ਦੇ ਵਿੱਚ ਦੱਖਣ ਦੇਸ਼ ਵੱਲ ਰੱਬ ਦਾ ਨਿਵਾਸ ਸਮਝਦੇ ਹਨ ਕਿ ਰੱਬ ਦਾ ਘਰ ਉੱਤੇ ਹੀ ਹੈ। ਪਰ ਕਬੀਰ ਜੀ ਨੇ ਉਹਨਾਂ ਦੋਨਾਂ ਨੂੰ ਹੀ ਰਿਜੈਕਟ ਕਰਕੇ गल की है सर्व व्यापक दी, जो हर इंसान के हिरदे च वसन वाला रमिया होया सर्व व्यापक राम है। तो इस श्लोक के अंदर भी कबीर जी वही प्रेरणा कर रहे हैं कि तास्यों प्रीत कर जाको ठाकुर राम, कि तू अपना रिश्ता संबंध नेड़ता उसे बंदे नाल बना जिहड़ा सर्व व्यापक परमात्मा नूं मनदा होवे, जिहड़ा उहदे विच भरोसा रखदा होवे। क्योंकि इक्को जिहा इष्ट होवे तां ही प्रीत निभदी है। कोई मूर्ति पूजक होवे ਤੇ ਕੋਈ ਨਿਰਾਕਾਰ ਸਰਵ ਵਿਆਪਕ ਪ੍ਰਮਾਤਮਾ ਦਾ ਪੁਜਾਰੀ ਹੋਵੇ ਤੇ ਦੋਵਾਂ ਦੇ ਵਿੱਚ ਕੌਨਫਲਿਕਟ ਪੈਦਾ ਹੋਣਾ ਕੁਦਰਤੀ ਗੱਲ ਹੈ। तो इस करके कबीर जी ने इस श्लोक ਵਿੱਚ ਪ੍ਰੇਰਣਾ ਕੀਤੀ ਹੈ ਕਿ ਉਹਦੇ ਨਾਲ ਪ੍ਰੀਤ ਕਰ ਜਿਹਦਾ ਮਾਲਕ ਸਰਵ ਵਿਆਪਕ ਰਾਮ ਹੈ। ਨਹੀਂ ਤਾਂ ਜਿਹੜੇ ਦੂਜਿਆਂ ਦੇ ਸਾਰੇ ਆਪਣੇ ਆਪ ਨੂੰ ਸਮਰਪਿਤ ਹਨ, ਜਿਹੜੇ ਮੂਰਤੀ ਪੂਜਾ ਕਰਨ ਵਾਲੇ ਹਨ, ਉਹ ਭਾਵੇਂ ਦੁਨੀਆ ਦੇ ਕਿੰਨੇ ਵੀ ਮੰਨੇ ਪਰਮੰਨੇ ਲੋਕ ਕਿਉਂ ਨਾ ਹੋਣ, ਉਹ ਤੇਰੇ ਕਿਸੇ ਕੰਮ ਦੇ ਨਹੀਂ ਹਨ ਕਿ ਉਹ ਤੈਨੂੰ ਪਰਮਾਤਮਾ ਦੀ ਬੰਦਗੀ ਵਾਲੇ ਪਾਸੇ ਕੋਈ ਮਦਦ ਨਹੀਂ ਕਰ ਸਕਦੇ। तो अगली पंक्ति कबीर जी कहते हैं कि पंडित राजे भूपति पावे कोने काम, कि भावे कोई पंडित होवे, बड़ा पढ़िया लिखिया होवे, विद्वान होवे, भावे किसी देश का राजा होवे, भावे कोई होर जमीन जायदाद का मालक कोई जिमीदार होवे, वो किसी काम नहीं आएंगे जे वो सर्व व्यापक परमात्मा दे नाल प्यार नहीं करते, उन्होंने अपना सहारा नहीं मनते। ये गल करके हुण इस दुविधा चों निकलन की गल करते हैं कि भाई जे इन्हां नाल साथ नहीं करना तो फिर करना की है। तो अगले श्लोक के अंदर हुण कबीर जी ने गल शुरू की है कि कबीर प्रीत इक स्यों कीए आन दुविधा जाए भावें लांबे केस कर भावें घरर मुदाई। ते एक नाल प्यार पाए तो सारिया दुविधा जिहड़ियां हन, सारे दुचितापन जिहड़े भी शंके मनते हैं वो दूर हो जाते हैं। तो फिर ये कोई फर्क नहीं पैंदा कि भावें किसी ने बाहरी दिखावे वजों अपने वालों दियां जटां बना के उन्होंने लंबे किया है, तो भावें किसी ने अपने वाल बिल्कुल ही रोंड मोंड करके तो बिल्कुल टिंड करवा ली है। ये रेफरेंस तां आया है
ਕਿਉਂਕਿ ਉਸ ਵੇਲੇ ਸਮਾਜ ਦੇ ਅੰਦਰ ਜੋਗੀਆਂ ਦਾ ਬਹੁਤ ਪ੍ਰਭਾਵ ਸੀ ਲੋਕਾਂ ਦੇ ਉੱਤੇ, ਤੇ ਉਹਨਾਂ ਦੇ ਵੱਖ-ਵੱਖ ਫਿਰਕੇ ਸਨ। ਕੁਝ ਫਿਰਕੇ ਐਸੇ ਸਨ ਜਿਹੜੇ ਬਿਲਕੁਲ ਹੀ ਆਪਣੇ ਸਿਰ ਦੇ ਵਾਲ ਇੱਕ ਵਾਲ ਮੁੰਡਾ ਕੇ ਬਿਲਕੁਲ ਟਿੰਡ ਕਰਾ ਲੈਂਦੇ ਸਨ, ਗੰਜੇ ਹੋ ਜਾਂਦੇ ਸਨ। ਜਿਵੇਂ ਅੱਜ ਕੱਲ੍ਹ ਵੀ ਤੁਸੀਂ ਸਾਡੇ ਹਿੰਦੁਸਤਾਨ ਦੇ ਪੋਲੀਟੀਸ਼ੀਅਨ ਯੋਗੀ ਆਦਿੱਤਿਆਨਾਥ ਦੀ ਸ਼ਕਲ ਦੇਖੋ ਤਾਂ ਉਹ ਬਿਲਕੁਲ ਟਿੰਡ ਹੁੰਦੀ ਹੈ ਉਹਦੀ, ਜਿਹੜਾ ਕਿ ਉੱਤਰ ਪ੍ਰਦੇਸ਼ ਦਾ ਚੀਫ ਮਿਨਿਸਟਰ ਬਣਿਆ ਹੋਇਆ ਹੈ। ਪਰ ਕੁਝ ਲੋਕ ਯੋਗੀਆਂ ਚੋਂ ਐਸੇ ਹੁੰਦੇ ਸਨ ਜਿਹੜੇ ਆਪਣੇ ਵਾਲਾਂ ਨੂੰ ਕੱਟਦੇ ਨਹੀਂ ਸਨ, ਬਲਕਿ ਸਗੋਂ ਉਹਨਾਂ ਦੇ ਅੰਦਰ ਕੁਝ ਆਰਟੀਫੀਸ਼ੀਅਲ ਚੀਜ਼ਾਂ ਲਗਾ ਕੇ, ਕੋਈ ਭੇਡਾਂ ਦਾ ਦੁੱਧ ਜਾਂ ਕੋਈ ਬੱਕਰੀ ਦਾ ਦੁੱਧ ਲਗਾ ਕੇ ਫਿਰ ਉਹਨਾਂ ਨੂੰ ਇਕੱਠਿਆਂ ਕਰਕੇ ਉਹਨਾਂ ਦੀ ਜਟਾਵਾਂ ਬਣਾ ਕੇ ਉਹਨਾਂ ਨੂੰ ਲੰਬੇ ਰੱਖਦੇ ਸੀ। ਤੋ ਦੋਨੋਂ ਤਰ੍ਹਾਂ ਦੇ ਫਿਰਕਿਆਂ ਦਾ ਮਤ ਇਹ ਹੁੰਦਾ ਸੀਗਾ ਕਿ ਜੋ ਅਸੀਂ ਕਰ ਰਹੇ ਹਾਂ ਮਰਿਆਦਾ ਨਾਲ, ਅਸਲ ਧਰਮ ਉਹੀ ਹੈ। ਜਿਹੜੇ ਰੋਂਡ-ਮੋਂਡ ਹੁੰਦੇ ਸਨ ਉਹ ਕਹਿੰਦੇ ਸਨ ਕਿ ਇਹੀ ਧਰਮ ਹੈ, ਤੇ ਜਿਹੜੇ ਲੰਮੀਆਂ ਜਟਾਵਾਂ ਰੱਖਦੇ ਸਨ ਉਹ ਕਹਿੰਦੇ ਸਨ ਕਿ ਅਸਲੀ ਧਰਮ ਦੇ ਅਸੀਂ ਸਮਝ ਰੱਖਦੇ ਹਾਂ, ਇਵੇਂ ਹੀ ਰਹਿਣਾ ਚਾਹੀਦਾ ਹੈ। ਤੋ ਕਬੀਰ ਜੀ ਨੇ ਗੱਲ ਕੀਤੀ ਹੈ ਕਿ ਗੱਲ ਬਾਹਰੀ ਦਿਖਾਵੇ ਦੀ ਨਹੀਂ ਹੈ ਕਿ ਬਈ ਕਿਸੇ ਨੇ ਵਾਲ ਆਪਣੇ ਲੰਬੇ ਕਰ ਲਏ ਹਨ ਲੋੜ ਤੋਂ ਜ਼ਿਆਦਾ, ਜਾਂ ਕਿਸੇ ਨੇ ਬਿਲਕੁਲ ਹੀ ਮੁੰਡਾ ਲਏ ਹਨ। ਉਹਨਾਂ ਦੇ ਨਾਲ ਉਹਦੀ ਆਤਮਕ ਅਵਸਥਾ ਦਾ ਕੋਈ ਫਰਕ ਨਹੀਂ ਪੈਂਦਾ। ਫਰਕ ਪੈਂਦਾ ਤਾਂ ਹੀ ਹੈ ਕਿ ਜੇ ਉਹਦੇ ਹਿਰਦੇ ਦੇ ਵਿੱਚ ਪ੍ਰਭੂ ਵਾਸਤੇ ਪ੍ਰੀਤ ਹੈ ਕਿ ਨਹੀਂ ਹੈ। ਤੋ ਉਸ ਇੱਕ ਪ੍ਰਭੂ ਦੇ ਨਾਲ ਪ੍ਰੀਤ ਕਰਨ ਦੀ ਗੱਲ ਕਬੀਰ ਜੀ ਨੇ ਇਸ ਪੰਕਤੀ 'ਚ ਕੀਤੀ ਹੈ। ਸ਼ਲੋਕ ਨੰਬਰ 5 ਦੀ ਪਹਿਲੀ ਪੰਕਤੀ ਵਿੱਚ ਕਬੀਰ ਪ੍ਰੀਤ ਇੱਕ ਸਿਉ ਕੀ ਹੈ, ਇੱਕ ਰੈਫਰ ਕਰਦਾ ਹੈ ਇੱਕ ਅਕਾਲ ਪੁਰਖ ਨੂੰ ਜੋ ਸਰਵ ਵਿਆਪਕ ਪਰਮਾਤਮਾ ਹੈ। ਇੱਕ ਸਿਉ ਕੀ ਹੈ, ਆਨ ਦੁਬਿਧਾ, ਆਨ ਮੈਨੇ ਹੁੰਦਾ ਹੋਰ ਸਾਰੀਆਂ, ਦੁਬਿਧਾ ਜਾਏ, ਸਾਰੀਆਂ ਦੁਬਿਧਾ, ਸਾਰੇ ਸ਼ੰਕੇ ਜਿਹੜੇ ਵੀ ਮਨ ਦੇ ਅੰਦਰ ਕੋਈ ਡਾਊਟ ਹੁੰਦੇ ਹਨ ਉਹ ਸਾਰੇ ਖਤਮ ਹੋ ਜਾਂਦੇ ਹਨ। ਤੇ ਫਿਰ ਇਨਸਾਨ ਨੂੰ ਇਹ ਫਰਕ ਨਹੀਂ ਪੈਂਦਾ ਕਿ ਸਾਹਮਣੇ ਵਾਲਾ ਬੰਦਾ ਜਿਹਦੇ ਨਾਲ ਮੈਂ ਪ੍ਰੀਤ ਪਾਣੀ ਹੈ, ਜਿਹਦੇ ਨਾਲ ਮੈਂ ਦੋਸਤੀ ਜਾਂ ਨੇੜਤਾ ਬਣਾਣੀ ਹੈ, ਜਿਹਦੇ ਪਿਛਲੇ ਸ਼ਲੋਕ ਵਿੱਚ ਗੱਲ ਕੀਤੀ ਗਈ ਹੈ, ਉਹਦੇ ਵਾਲ ਲੰਬੇ ਕੀਤੇ ਹੋਏ ਹਨ ਉਸਨੇ ਜਾਂ ਉਹਨੇ ਰੋਂਡ-ਮੋਂਡ ਕੀਤਾ ਹੋਇਆ ਹੈ। ਅਗਰ ਜੇ ਉਸ ਬੰਦੇ ਦੇ ਅੰਦਰ ਪ੍ਰਭੂ ਦੀ ਪ੍ਰੀਤ ਹੈ ਤੇ ਜਾਇਜ਼ ਹੈ, ਮਨਜ਼ੂਰ ਹੈ। ਜੇ ਪ੍ਰਭੂ ਦੀ ਪ੍ਰੀਤ ਨਹੀਂ ਹੈ ਤੇ ਫਿਰ ਉਹ ਮਨਜ਼ੂਰ ਨਹੀਂ ਹੈ। ਫਿਰ ਭਾਵੇਂ ਉਹ ਪੰਡਿਤ ਹੈ, ਰਾਜਾ ਹੈ, ਭੂਪਤੀ ਹੈ, ਉਹ ਕਿਸੇ ਕੰਮ ਜੋਗਾ ਨਹੀਂ ਹੈ। ਇਸ ਸ਼ਲੋਕ ਦੀ ਵਰਤੋਂ ਕਰਕੇ ਅੱਜ ਕੱਲ੍ਹ ਦੇ ਜ਼ਮਾਨੇ ਦੇ ਅੰਦਰ ਬੜੇ ਲੋਕੀ ਸਿੱਖਾਂ ਨੂੰ ਭਰਮਾਉਣ ਦਾ ਯਤਨ ਕਰਦੇ ਹਨ ਕਿ ਦੇਖੋ ਜੀ ਤੁਹਾਡੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਲਿਖਿਆ ਹੋਇਆ ਹੈ, ਭਾਵੇਂ ਲੰਬੇ ਕੇਸ ਕਰ, ਭਾਵੇਂ ਕਰਰ ਮੁੰਡਾਏ, ਤੁਸੀਂ ਐਵੇਂ ਇੰਨਾ ਬਖੇੜਾ ਖੜਾ ਕਰਦੇ ਹੋ ਜੀ, ਵਾਲ ਨਹੀਂ ਕੱਟਣੇ ਚਾਹੀਦੇ, ਕੀ ਫਰਕ ਪੈਂਦਾ ਹੈ। ਤੋ ਇਹ ਇੱਕ ਤਰੀਕੇ ਦਾ ਮਿਸਯੂਜ਼ ਹੈ ਇਸ ਬਾਣੀ ਦੀ ਪੰਕਤੀ ਦਾ, ਜਿਹੜੀ ਕਿ ਆਊਟ ਆਫ ਕੰਟੈਕਸਟ ਲੋਕੀ ਕੋਟ ਕਰਕੇ ਤੇ ਸਿੱਖਾਂ ਨੂੰ ਭਰਮਾਉਣ ਦਾ ਯਤਨ ਕਰਦੇ ਹਨ। ਪਹਿਲੀ ਗੱਲ ਤਾਂ ਸਮਝਣ ਵਾਲੀ ਇਹ ਹੈ ਕਿ ਕਬੀਰ ਜੀ ਦਾ ਜਨਮ ਹੋਇਆ 14ਵੀਂ-15ਵੀਂ ਸਦੀ ਦੇ ਪੀਰੀਅਡ ਦੇ ਵਿੱਚ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜੋ ਖੰਡੇ ਬਾਟੇ ਦੀ ਪਹੁਲ ਦੇ ਕੇ ਪੰਜ ਕਕਾਰਾਂ ਦੇ ਵਿੱਚ ਕੇਸਾਂ ਨੂੰ ਸ਼ਾਮਲ ਕੀਤਾ, ਪੰਜ ਕਕਾਰੀ ਰਹਿਤ ਦੇ ਅੰਦਰ, ਉਹ ਹੋਇਆ 1699 ਦੀ ਵਿਸਾਖੀ ਨੂੰ। ਇਹ ਠੀਕ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਗੁਰੂ ਸਾਹਿਬ ਆਪ ਵੀ ਤੇ ਉਹਨਾਂ ਦੇ ਸਿੱਖ ਵੀ ਕੇਸ ਸਾਬਤ ਰੱਖਦੇ ਆਏ ਹਨ। ਕੇਸਾਂ ਨੂੰ ਜੋ ਜਿਹੋ ਜਿਹੇ ਪ੍ਰਮਾਤਮਾ ਵੱਲੋਂ ਮਿਲਦੇ ਰਹੇ ਹਨ ਉਸੇ ਅਵਸਥਾ ਦੇ ਵਿੱਚ ਉਹਨਾਂ ਨੂੰ ਰੱਖਦੇ ਆਏ ਹਨ। ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦੇ ਅੰਦਰ ਵੀ ਜਦੋਂ ਭਾਈ ਮਰਦਾਨਾ ਜੀ ਉਹਨਾਂ ਦੀ ਸ਼ਰਨ ਵਿੱਚ ਆਏ ਤਾਂ ਜਿਹੜੇ ਬਚਨ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਕੀਤੇ, ਉਹਨਾਂ ਦੇ ਵਿੱਚ ਇੱਕ ਇਹ ਵੀ ਬਚਨ ਲਿਆ ਭਾਈ ਮਰਦਾਨਾ ਜੀ ਪਾਸੋਂ ਕਿ ਕੇਸ ਜਿਹੜੇ ਹਨ ਉਹ ਨਹੀਂ ਕਟਾਣੇ, ਜਿਹੋ ਜਿਹੇ ਪ੍ਰਮਾਤਮਾ ਵੱਲੋਂ ਆਏ ਹਨ ਉਹੀ ਰੱਖਣੇ ਹਨ। ਤਾਂ ਸਵਾਲ ਇਹ ਹੈ ਕਿ ਉਸ ਚੀਜ਼ ਦੇ ਨਾਲ, ਚਲੋ ਜੇ ਗੁਰੂ ਨਾਨਕ ਪਾਤਸ਼ਾਹ ਦਾ ਸਮਾਂ ਵੀ ਗਿਣ ਲਈਏ ਤਾਂ 15ਵੀਂ ਸਦੀ ਦੇ ਅੰਦਰ ਕੇਸ ਜਿਹੜੇ ਹਨ ਸਾਬਤ ਰੱਖਣ ਦਾ ਜਿਹੜਾ ਪ੍ਰਚਲਨ ਸੀਗਾ ਉਹ ਆਰੰਭ ਹੋਇਆ, ਤੇ ਉਹ ਕਬੀਰ ਜੀ ਦੇ ਸਮੇਂ ਤੋਂ ਕਿਤੇ ਬਾਅਦ ਸੀਗਾ। ਦੂਸਰੀ ਗੱਲ, ਇਸ ਸ਼ਲੋਕ ਦੇ ਅੰਦਰ ਕਬੀਰ ਜੀ ਗੱਲ ਕਰ ਰਹੇ ਹਨ ਕਿ ਭਾਵੇਂ ਲੰਬੇ ਕੇਸ ਕਰ, ਯਾਨੀ ਕਿ ਉਹਨਾਂ ਨੂੰ ਆਰਟੀਫੀਸ਼ੀਅਲੀ ਮੈਨੂਅਲੀ ਤੁਸੀਂ ਕੁਝ ਯਤਨ ਕਰਕੇ ਜ਼ਿਆਦਾ ਉਹਨਾਂ ਨੂੰ ਲੰਬੇ ਜਟਾਵਾਂ ਦੇ ਰੂਪ ਵਿੱਚ ਕਰੋ। ਗੁਰੂ ਦੇ ਸਿੱਖ ਜਿਹੜੇ ਹਨ ਉਹ ਕੇਸਾਂ ਨੂੰ ਲੰਬੇ ਕਰਦੇ ਨਹੀਂ ਹਨ, ਉਹ ਕੁਦਰਤੀ ਸ਼ੇਪ ਦੇ ਅੰਦਰ ਕੇਸਾਂ ਨੂੰ ਰੱਖਦੇ ਹਨ, ਉਹਨਾਂ ਨੂੰ ਕੱਟਦੇ ਨਹੀਂ ਹਨ, ਸ਼ਾਰਟ ਨਹੀਂ ਕਰਦੇ, ਜੋ ਨੈਚੁਰਲ ਮਿਲਦੀ ਹੈ ਉਸੇ ਸ਼ਕਲ ਦੇ ਵਿੱਚ ਕੇਸਾਂ ਦੀ ਸੰਭਾਲ ਕਰਦੇ ਹਨ, ਆਰਟੀਫੀਸ਼ੀਅਲੀ ਉਹ ਜਟਾ ਨਹੀਂ ਬਣਾਉਂਦੇ। ਤਾਂ ਇਸ ਕਰਕੇ ਕਬੀਰ ਜੀ ਦੇ ਇਸ ਸ਼ਲੋਕ ਦਾ ਸਿੱਖੀ ਰਹਿਤ ਦੇ ਨਾਲ ਕਿਧਰੇ ਦੂਰ ਨੇੜੇ ਦਾ ਵੀ ਸੰਬੰਧ ਨਹੀਂ ਹੈ। ਜਿਸ ਕੰਟੈਕਸਟ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਉਹ ਸਪਸ਼ਟ ਤੌਰ ਦੇ ਉੱਤੇ ਯੋਗੀਆਂ ਦੇ ਹੀ ਫਿਰਕਿਆਂ ਦੇ ਨਾਲ ਗੱਲ ਤਲਕ ਰੱਖਦੀ ਹੈ ਕਿ ਤੁਸੀਂ ਭਾਵੇਂ ਜਟਾਵਾਂ ਬਣਾ ਕੇ ਆਪਣੇ ਲੰਬੇ ਆਰਟੀਫੀਸ਼ੀਅਲੀ ਕੇਸ ਕਰ ਲਵੋ, ਭਾਵੇਂ ਰੋਂਡ-ਮੋਂਡ ਕਰ ਲਵੋ, ਜੇ ਹਿਰਦੇ ਵਿੱਚ ਪ੍ਰਭੂ ਦੇ ਨਾਲ ਪ੍ਰੀਤ ਨਹੀਂ ਹੈ
ਤਾਂ ਉਹ ਕਿਸੇ ਕੰਮ ਦੇ ਨਹੀਂ ਹੋ, ਤੇ ਜੇ ਇੱਕ ਨਾਲ ਪ੍ਰੀਤ ਪਾਈ ਹੈ ਤਾਂ ਫਿਰ ਕੋਈ ਸ਼ੱਕ ਦੀ ਗੱਲ ਹੀ ਨਹੀਂ ਹੈ। ਜੋ ਤੁਹਾਡਾ ਜੋ ਪ੍ਰਭੂ ਨਾਲ ਪਿਆਰ ਦਾ ਰਿਸ਼ਤਾ ਹੈ ਉਹ ਸਾਰਿਆਂ ਵਾਸਤੇ ਐਕਸੈਪਟੇਬਲ ਹੈ। तो अगले श्लोक के अंदर 26 ਦੇ ਨੰਬਰ ਦੇ ਵਿੱਚ ਉਹਨਾਂ ਨੇ ਫਿਰ ਇਹ ਗੱਲ ਕੀਤੀ ਕਿ ਜਿਹੜੇ ਦੁਨਿਆਵੀ ਕਰਮ ਕਾਂਡ ਨੇ, ਭਾਵੇਂ ਉਹ ਲੰਬੇ ਕੇਸ ਵਾਲਾ ਜੋਗੀ ਹੈ ਤੇ ਭਾਵੇਂ ਘਰ ਕੋਣ ਮੋਨ ਰੋਡ ਕੀਤਾ ਹੋਇਆ ਜੋਗੀ ਹੈ, ਕੋਈ ਇਹ ਗਾਰੰਟੀ ਨਹੀਂ ਹੈ ਕਿ ਉਹ ਮਾਇਆ ਦੇ ਵਿਕਾਰਾਂ ਦੀ ਮਾਰ ਤੋਂ ਬਚ ਜਾਏਗਾ ਜਾਂ ਦੁਨੀਆਦਾਰੀ ਦੀ ਜਿਹੜੀ ਪਕੜ ਹੈ, ਖਿੱਚ ਹੈ ਮਾਇਆ ਦੀ, ਉਹਨਾਂ ਦੇ ਵਿੱਚੋਂ ਬਚ ਕੇ ਅੱਗੇ ਨਿਕਲ ਜਾਂਦਾ ਹੈ। ਤੇ कबीर साहब इत्थे चेतावनी देंदे हन, कहंदे हन कबीर जग काजल की कोठरी अंध परे तिस माहे हों बलिहारी तिन को पैस जो नीकस जाहे। ਇਹ ਜਗਤ ਤਾਂ ਇੱਕ ਕੱਜਲ ਦੀ ਕੋਠੜੀ ਵਰਗਾ ਹੈ ਜਿਹਦੇ ਵਿੱਚ ਵਿਕਾਰਾਂ ਹੁੰਦੀਆਂ ਹਨ ਤੇ ਜਿੱਥੇ ਦੁਨੀਆ ਦੇ ਮੋਹ ਦੀ ਖਾਲਕ ਹੈ, ਔਰ ਇਸ ਦੇ ਵਿੱਚ ਉਹ ਬੰਦੇ ਡਿੱਗ ਪੈਂਦੇ ਹਨ ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਨਹੀਂ ਹੈ ਕਿ ਪ੍ਰੀਤ ਇੱਕ ਸਿਉ ਕਰ, ਇੱਕ ਨਾਲ ਪ੍ਰੀਤ ਕਰਨੀ ਹੈ। ਉਹ ਬਾਹਰਲੇ ਦਿਖਾਵੇ ਦੇ ਕੰਮਾਂ ਦੇ ਵਿੱਚ ਹੀ ਧਰਮ ਨੂੰ ਸਮਝੀ ਬੈਠੇ ਹਨ ਤੇ ਉਹਦੇ ਵਿੱਚ ਹੀ ਖਚਤ ਰਹਿੰਦੇ ਹਨ, ਉਹਦੇ ਬਾਰੇ ਹੀ ਬਹਿਸਾਂ ਮੁਬਹਿਸਾਂ 'ਚ ਪੈਂਦੇ ਹਨ ਕਿ ਇਹ ਵਾਲਾ ਤਰੀਕਾ ਚੰਗਾ ਹੈ ਜਾਂ ਉਹ ਵਾਲਾ ਤਰੀਕਾ ਚੰਗਾ ਹੈ। ਤੋ ਇਹ ਅਗਿਆਨਤਾ ਦੇ ਰੂਪੀ ਅੰਧਕਾਰ ਦੀ ਇਹ ਕੱਜਲ ਕੋਠੜੀ ਹੈ ਦੁਨੀਆ, ਜਿਹਦੇ ਵਿੱਚ ਇਹ ਅਗਿਆਨੀ ਲੋਕ ਜਿਹੜੇ ਹਨ ਉਹ ਡਿੱਗ ਪੈਂਦੇ ਹਨ। ਤਾਂ ਕਬੀਰ ਜੀ ਕਹਿੰਦੇ ਮੈਂ ਤੇ ਉਹਨਾਂ ਤੋਂ ਸਦਕੇ ਜਾਂਦਾ ਹਾਂ, ਹੋਂ ਬਲਿਹਾਰੀ ਤਿੰਨ ਕੋ ਪੈਸ ਜੋ ਨੀਕਸ ਜਾਏ, ਜਿਹੜੇ ਇਸ ਕੱਜਲ ਕੋਠੜੀ ਵਿੱਚੋਂ ਡਿੱਗ ਕੇ ਬਚ ਕੇ ਨਿਕਲ ਆਉਂਦੇ ਹਨ ਤੇ ਜਿਹੜੇ ਨੂੰ ਇਸ ਗੱਲ ਦੀ ਸੋਝੀ ਮਿਲ ਜਾਂਦੀ ਹੈ ਕਿ ਇੱਕ ਨਾਲ ਪ੍ਰੀਤ ਪਾਣੀ ਹੈ ਤੇ ਉਸੇ ਦੁਨੀਆ 'ਚ ਵੀ ਉਹਨਾਂ ਦੇ ਨਾਲ ਹੀ ਸੰਗਤ ਕਰਨੀ ਹੈ ਜਾਂ ਕੋ ਠਾਕੁਰ ਰਾਮ। ਤੇ ਉਹਨਾਂ ਤੋਂ ਉਲਟ ਅਗਰ ਜੇ ਕੋਈ ਪ੍ਰਭੂ ਨਾਲ ਪ੍ਰੀਤ ਕਰਨ ਵਾਲਾ ਨਹੀਂ ਹੈ, ਫਿਰ ਚਾਹੇ ਉਹ ਪੰਡਤ ਹੈ, ਪੜ੍ਹਿਆ ਲਿਖਿਆ, ਭਾਵੇਂ ਰਾਜਾ ਹੈ, ਭਾਵੇਂ ਜ਼ਿਮੀਂਦਾਰ ਹੈ, ਉਹ ਕਿਸੇ ਕੰਮ ਦਾ ਇਨਸਾਨ ਨਹੀਂ ਹੈ, ਉਹਨਾਂ ਤੋਂ ਪੱਲਾ ਛੁਡਾ ਕੇ ਹੀ ਰਹਿਣਾ ਠੀਕ ਹੈ। तो एक नाल प्रीत करनी है, बंदे दे मन चों सारियां दुविधावां दूर हो जांदियां हन एक प्रभु दे नाल प्रीत करके। फिर बाहरी दिखावे जिहड़े हन उन्हां दी कोई वैल्यू, कोई सिग्नीफिकेंस, कोई रेलेवेंस नहीं रह जांदी। तत दी गल जो कबीर जी ने इन्हां तिन्नां श्लोकां दे विच समझाई है वो है प्रभु दे नाल प्रीत पानी। प्रभु केड़ा? जिहड़ा राम है, जिहड़ा सर्व व्यापक है, जिहड़ा हर इंसान दे हिरदे च वसदा है। तो जे हर इंसान दे हिरदे च वसन वाला राम है तो कोई किसी इंसान नाल नफरत किवें कर सकदा है, किसी नाल वैर विरोध की भावना किवें रख सकता है? सिर्फ इस गल पिछे भी किसी ने जटावां रखियां हन ते किसी ने घोण मोन कीता है सिर, इस नाल दूजे नाल नफरत करन दा कोई लाभ नहीं है। हाँ, जीवन जिहड़ा प्रभु प्यार वाला नहीं है ਉਹਦੇ ਨਾਲ ਨੇੜਤਾ ਦਾ ਉਹ ਸੰਬੰਧ ਨਹੀਂ ਬਣਾਉਣਾ ਕਿ ਜਿਹੜਾ ਤੁਹਾਡੇ ਵਿਚਾਰਾਂ ਨੂੰ ਇਨਫਲੂਐਂਸ ਕਰੇ, ਪ੍ਰਭਾਵਿਤ ਕਰੇ। ਦੁਨਿਆਵੀ ਤੌਰ ਦੇ ਉੱਤੇ ਸਭ ਦੇ ਨਾਲ ਬਰਾਬਰੀ ਦਾ ਸੰਬੰਧ ਹੈ, ਜਿਵੇਂ ਲੋਗਨ ਚੋਂ ਮੇਰਾ ਠਾਠਾ ਬਾਗਾ ਵਾਲੀ ਗੱਲ ਆਉਂਦੀ ਹੈ, तो ਵਰਤਣਾ ਸਭ ਦੇ ਨਾਲ ਹੈ, ਲੇਕਿਨ ਨੇੜਤਾ ਤੇ ਪ੍ਰੀਤ ਦਾ ਸੰਬੰਧ ਉਹਨਾਂ ਨਾਲ ਹੀ ਬਣਾਉਣਾ ਹੈ ਜਾਂ ਕੋ ਠਾਕੁਰ ਰਾਮ। ਸੋ ਐਸੇ ਇਨਸਾਨ ਜਿਹੜੇ ਕਿ ਇਸ ਦੁਬਿਧਾ ਵਿੱਚੋਂ ਨਿਕਲ ਕੇ ਪ੍ਰਭੂ ਪਿਆਰ ਦੀ ਗੱਲ ਨੂੰ ਸਮਝ ਲੈਂਦੇ ਹਨ, कबीर जी कहते हैं कि मैं उन्होंने तो सदके जाता हों बलिहारी तिन को पैस जो निकस जाए, ਜਿਹੜੇ ਇਸ ਕੱਜਲ ਕੋਠੜੀ ਵਿੱਚ ਵਿਕਾਰਾਂ ਦੀ ਦੁਨੀਆ ਦੇ ਵਿੱਚ ਡਿੱਗ ਕੇ ਵੀ ਬਚ ਕੇ ਬਾਹਰ ਨਿਕਲ ਆਉਂਦੇ ਹਨ ਤੇ ਪ੍ਰਭੂ ਪ੍ਰੀਤ ਦੀ ਤੱਤ ਦੀ ਗੱਲ ਨੂੰ ਜਿਹੜੇ ਜੀਵਨ ਵਿੱਚ ਅਪਣਾ ਲੈਂਦੇ ਹਨ। तो इतने ही वचन प्रवान करने जी। वाहिगुरू जी का खालसा, वाहिगुरू जी की फतेह। एक बारी एक लड़के ने किसी सज्जन ਨੂੰ सवाल ਕੀਤਾ, ਉਹਨੇ ਪੁੱਛਿਆ ਕਹਿੰਦਾ ਤੁਸੀਂ ਕੇਸ ਕਿਉਂ ਰੱਖੇ ਨੇ? ਉਹਦਾ ਉੱਤਰ ਬੜਾ ਵਧੀਆ ਸੀ, ਉਹ ਕਹਿੰਦਾ ਮੈਂ ਤੇ ਨਹੀਂ ਰੱਖੇ। ਕਹਿੰਦਾ ਮੈਂ ਕਿੱਥੇ ਰੱਖੇ ਨੇ? ਇਹ ਤੇ ਕਹਿੰਦਾ ਕੁਦਰਤੀ ਪਰਮਾਤਮਾ ਵੱਲੋਂ ਇਹ ਦੇਣ ਹੈ, ਜਿਸ ਤਰ੍ਹਾਂ ਮੇਰੇ ਹੱਥ ਨੇ, ਪੈਰ ਨੇ, ਮੇਰੀਆਂ ਬਾਹਾਂ ਨੇ, ਮੇਰੀਆਂ ਉਂਗਲਾਂ ਨੇ, ਇਸੇ ਤਰ੍ਹਾਂ ਮੇਰੇ ਇਹ ਜਿਹੜੇ ਵਾਲ ਨੇ ਉਹ ਹੈਗੇ ਨੇ। ਹਾਂ ਤੂੰ ਇਹ ਕਹਿ ਮੈਂ ਤੇ ਇਹ ਕਹਿ ਰਿਹਾ ਮੈਂ ਕੱਟਦਾ ਨਹੀਂ, ਬਾਕੀ ਜਿੱਥੋਂ ਤੱਕ ਰੱਖਦਾ ਕੋਈ ਬੰਦਾ ਰੱਖ ਨਹੀਂ ਸਕਦਾ। ਇਹ ਤੇ ਵਾਹਿਗੁਰੂ ਦੀ ਦਾਤ ਹੈ। ਔਰ ਇਹ ਵੀ ਫਿਰ ਮੈਂ ਇੱਥੇ ਬੇਨਤੀ ਕਰਦੀ ਹਾਂ ਵੀ ਜਿਹੜੇ ਕੇਸ ਨੇ ਇਹ ਕੋਈ ਕੇਵਲ ਕਿਸੇ ਇੱਕ ਫਿਰਕੇ ਦੀ ਜਾਇਦਾਦ ਜਾਂ ਉਹਦੇ ਨਾਲ ਸੰਬੰਧਿਤ ਨਹੀਂ ਹੈ। ਇਹ ਤਾਂ ਹਰੇਕ ਮਨੁੱਖ ਭਾਵੇਂ ਉਹ ਕਿਸੇ ਵੀ ਕਾਸਟ ਵਿੱਚ ਹੁੰਦਾ ਹੈ ਜਾਂ ਕਿਸੇ ਵੀ ਰੀਜਨ 'ਚ ਉਹਦਾ ਪੈਦਾ ਹੁੰਦਾ ਹੈ, ਜਨਮ ਦੇ ਨਾਲ ਹੀ ਬੱਚੇ ਦੇ ਸਿਰ ਤੇ ਕੇਸ ਵੀ ਹੁੰਦੇ ਨੇ। ਸੋ ਇਹ ਜਿਹੜੇ ਕੇਸ ਨੇ ਇਹ ਜ਼ਿੰਦਗੀ ਦਾ ਇੱਕ ਪਾਰਟ ਨੇ, ਸਾਡੇ ਸਰੀਰ ਦਾ ਪਾਰਟ ਨੇ। ਤੇ ਇਹ ਠੀਕ ਹੈ ਕਿ ਕਈਆਂ ਕਾਰਨਾਂ ਕਰਕੇ ਇਹ ਲੱਗਦਾ ਜਿਵੇਂ ਇੱਕ ਕਮਿਊਨਿਟੀ ਦੀ ਹੈ, ਪਰ ਨਹੀਂ, ਇਹ ਸਾਰੀ ਮਨੁੱਖਤਾ ਲਈ ਬੜੇ ਜ਼ਰੂਰੀ ਨੇ। तो साध संगत भी MPC जी ने बड़ा खोल के दसिया, और नाल दे जिहड़े अगला पिछला श्लोक है उन्हां दी पूरी लड़ी बना के दसी है। उन्हां दा बड़ा बड़ा धन्नवाद है। बस एक गल दा जरूर है साध संगत जी कि ऐसा ना होवे कि ये ठीक है
ਕਿ ਸਾਡੀ ਬਾਹਰੀ ਦਿੱਖ ਵੀ ਔਰ ਸਾਡੀ ਅੰਦਰੂਨੀ ਰਹਿ ਦੋਨੋਂ ਜ਼ਰੂਰੀ ਨੇ। ਪਰੰਤੂ ਐਸਾ ਨਾ ਹੋਵੇ ਕਿ ਕਈ ਵਾਰੀ ਬਾਹਰੀ ਦਿੱਖ ਹੋਵੇ ਤੇ ਅੰਦਰੂਨੀ ਨਾ ਹੋਵੇ, ਫਿਰ ਉਹ ਜਿਹੜੀ ਬਾਹਰੀ ਦਿੱਖ ਹੈ ਉਹ ਸਿਰਫ ਪਖੰਡ ਬਣ ਜਾਂਦੀ ਹੈ। ਭਾਵ ਇਹ ਹੈ ਕਿ ਜੇ ਅਸੀਂ ਬਾਹਰੋਂ ਆਪਣੀ 5 ਕਕਹਿਰੀ ਰਹਿਤ ਰੱਖੀ ਹੈ ਪਰੰਤੂ ਸਾਡਾ ਜੀਵਨ ਕਿਰਦਾਰ ਸਾਡਾ ਠੀਕ ਨਹੀਂ ਹੈ, ਤਾਂ ਫਿਰ ਅਸੀਂ ਲੋਕਾਂ ਨਾਲ ਧੋਖਾ ਕਰ ਰਹੇ ਹਾਂ, ਨਾਲ ਲੋਕਾਂ ਨਾਲ ਆਪਣੇ ਆਪ ਨਾਲ ਧੋਖਾ ਕਰ ਰਹੇ ਹਾਂ, ਪਖੰਡ ਕਰ ਰਹੇ ਹਾਂ। ਬਸ ਇਸ ਗੱਲ ਤੋਂ ਬਚਣਾ ਚਾਹੀਦਾ। ਬਾਕੀ ਇਹ ਠੀਕ ਹੈ ਕਿ ਜਿਸ ਵੇਲੇ ਮਨੁੱਖ ਦੇ ਅੰਦਰ ਵਾਹਿਗੁਰੂ ਦੀ ਕਿਰਪਾ ਹੋਵੇ, ਮਨੁੱਖ ਮਨ ਦਾ ਸੱਚਾ ਹੋਵੇ, ਤਾਂ ਇਹੋ ਜਿਹੇ ਸਵਾਲ ਉਹਦੇ ਮਨ 'ਚ ਆਉਂਦੇ ਨੇ। ਪਹਿਲੋਂ ਦੇ ਜੜ ਅੰਦਰ ਜੰਮੈ, ਉਹ ਪਿੱਛੋਂ ਹੋਵੇ ਛਾਂ। ਇਹ ਪਹਿਲਾਂ ਅੰਦਰ ਜਿਹਦੀ ਜੜ, ਜਿਸ ਬੂਟੇ ਦੀ ਜੜ ਹਰੀ ਹੈ ਨਾ, ਉਹਦੀ ਛਾਂ ਆਣੀ ਆਣੀ। ਸੋ ਇਸ ਕਰਕੇ ਜੇਕਰ ਅਸੀਂ ਮਨ ਕਰਕੇ ਅਸੀਂ ਸੋਚੇ ਹਾਂ ਤੇ ਬਾਹਰੀ ਜਿਹੜੀ ਰਹਿਤ ਹੈ ਇਹਦੇ ਬਾਰੇ ਸਾਡੇ ਮਨ 'ਚ ਖਿਆਲ ਫਿਰ ਨਹੀਂ ਆਉਣਗੇ, ਇਹ ਐਵੇਂ ਟੁਚਰਾ ਨੇ। ਤੇ ਮੈਂ ਫਿਰ ਇੱਕ ਵਾਰੀ ਬੇਨਤੀ ਕਰਦੇ ਹਾਂ ਕਿ ਵਾਹਿਗੁਰੂ ਜੀ ਦੀ ਦਿੱਤੀ ਗਿਫਟ ਹੈ। ਇਹ ਜਿਹੜੇ ਕੇਸ ਨੇ ਇਹ ਕਿਸੇ ਮਨੁੱਖ ਦੇ ਵੱਸ 'ਚ ਨਹੀਂ ਗਏ, ਹਰੇਕ ਲਈ ਇਹ ਜ਼ਰੂਰੀ ਨੇ, ਬੋਡੀ ਦਾ ਪਾਰਟ ਨੇ, ਪਰੰਤੂ ਇਹਨੂੰ ਅਸੀਂ ਜਾਂ ਸਮਝ ਤੇ ਸਮਝਾ ਨਹੀਂ ਸਕੇ। ਲੋੜ ਸਿਰਫ ਇੰਨੀ ਹੈ ਕਿ ਇਹ ਦੱਸਣ ਦੀ ਕਿ ਇਹ ਕੋਈ ਸਾਡੇ ਆਪਣੇ ਵੱਸ ਦੀ ਗੱਲ ਨਹੀਂ ਹੈ। ਇਹ ਤੇ ਵਾਹਿਗੁਰੂ ਨੇ ਜਿਸ ਤਰ੍ਹਾਂ ਸਾਨੂੰ ਬਾਕੀ ਅੰਗ ਦਿੱਤੇ ਨੇ ਉਸੇ ਤਰ੍ਹਾਂ ਪਾਰਟ ਆਫ ਬਾਡੀ ਹੈ, ਇਹਨੂੰ ਸੰਭਾਲ ਕੇ ਰੱਖਣਾ ਸਾਡਾ ਫਰਜ਼ ਹੈ। MP ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਸਾਧ ਸਿੰਘ ਜੀ, ਅਗਲਾ ਜਿਹੜਾ ਸਵਾਲ ਹੈ ਉਹ ਸਿੱਖ ਫਿਲਾਸਫੀ ਨਾਲ ਸੰਬੰਧ ਰੱਖਦਾ ਹੈ ਕਿ ਨਾਮ ਕੌਣ ਦੇ ਸਕਦਾ ਹੈ। ਤੋ ਮੈਂ ਬੇਨਤੀ ਕਰ ਰਿਹਾ ਵੀਰ ਤੇਜਿੰਦਰ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਇਸ ਬਾਰੇ ਥੋੜਾ ਸਾਨੂੰ ਚਾਨਣਾ ਪਾਉਣ ਕਿ ਨਾਮ ਕੌਣ ਦੇ ਸਕਦਾ ਹੈ। ਤੇਜਿੰਦਰ ਸਿੰਘ। वाहिगुरु जी का खालसा वाहिगुरु जी की फतेह। एक बहुत अहम सवाल है जो वीर जी ने पूछा है। इसके बैकग्राउंड विच असीं जाइए कि नाम है की। गुरु नानक पातशाह ने अपने समय के अंदर जो सिद्धां दे नाल चर्चा की है, सिद्ध गोष्ठ की है, ते सिद्धां दे सवाल दे जवाब विच उन्होंने शब्द और सुरत की गल करके ये समझाया सीगा कि जिहड़ा गुरु का शब्द है, जो गुरु का उपदेश है, वही नाम है, तो उस दे नाल जिहड़ा अपनी सुरत नूं जोड़दा है वो गुरु का सिख है। तो उस सुरत दे नाल और शब्द का मिलाप जिहड़ा हुंदा है वो शब्द नाम है। गौड़ी गुजरी राग के अंदर चौथे पातशाही का शब्द है, 494 अंक के उपर सुभायमान है। जन नानक बोला है गुण बाणी गुरबाणी हर नाम समाया, कि सारी गुरबाणी जिहड़ी है वो प्रभु परमात्मा दे उस्तत विच है, प्रभु दे गुणां नूं गायन करदी है, उन्हां दे गुणां नूं सानू चेते करांदी है। और यही तरीका सारे गुरु साहबान ने अपनाया है। पहले साहब गुरु नानक पातशाह ने भी जिहड़े भी अपने समय अंदर 3 करोड़ सिखां नूं जिहड़ी है वो दीक्षा दिती, सिख बनाया, उन्होंने भी यही नाम दे नाल शब्द दे नाल जोड़िया, गुरबाणी दे नाल जोड़िया, ते उस नाम इस प्रकार दे करके जो हक गुरु नूं प्राप्त है। तो इस तरह ही गुरु अंगद देव पातशाह, फिर गुरु अमरदास पातशाह, फिर गुरु रामदास पातशाह, 6वें पातशाह गुरु हरगोबिंद साहब, 7वें पातशाह गुरु हरराय साहब, 8वें पातशाह गुरु हरकृष्ण साहब ने दिल्ली के अंदर बंगला साहब के अंदर कईयां नूं जिहड़ी है गुरु दीक्षा दी है। तो गुरु तेग बहादुर साहब ने और गुरु गोबिंद सिंह पातशाह ने। तो जदों ये सिस्टम गुरु दे नाल अंदर ही आत्मा और शरीर और शब्द ये दोनों जिम्मेवारी जड़ियां हन गुरु व्यक्ति दे कोल सन, उस वेले गुरु साहब अपने शरीर दे राही ये नाम जड़ा है वो सिखां नूं बख्शिश करते सन। लेकिन जदों 30 मार्च 1699 वाले दिन जदों उन्होंने खंडे बाटे का अमृत दिता, तो उस वेले ये जिम्मेवारी जड़ी है शरीर की काफ़ी हद तक जिम्मेवारी जड़ी है वो 5 प्यारे सिस्टम जड़ा उस दिन तो लागू होया। तो 5 प्यारिਆਂ ਨੂੰ ਇਹ ਜਿਹੜਾ हक दिता गया। फिर 7 अक्तूबर 1708 ਨੂੰ नांदेड़ विखे ਜਦੋਂ गुरु ग्रंथ साहब के बारे आपने आज्ञा की, आज्ञा पई अकाल की तबे चलायो पंथ, सब सिखन को हुक्म है गुरु मान्यो ग्रंथ। तो गुरु मान्यो ग्रंथ के नाल गुरु 5 प्यारिਆਂ ਦੀ जड़े है नाल और गुरु ग्रंथ साहब की ताबिया जड़ी है ये ज्वाइंट तरीके दे नाल गुरगद्दी की जड़ी है वो जिम्मेवारी सौंपी गई। तो स्पष्ट है कि जड़ी आत्मा की जिम्मेवारी सी वो गुरु गोबिंद सिंह पातशाह ने वो गुरु ग्रंथ साहब नूं दित्ती, बख्शिश की, जिवें शुरू तो ही चले आ रहा सीगा शब्द शब्द गुर पीरा गैर गंभीरा बिन शब्दे जग गौर आनंद। और जिहड़ी शरीर की जिम्मेवारी
ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਸਮੇਂ ਤੱਕ ਨਿਭਾਉਂਦੇ ਰਹੇ ਨਾਮ ਦੀ ਦਾਤ ਬਖਸ਼ਣ ਲੱਗਿਆ, ਉਹ ਜ਼ਿੰਮੇਵਾਰੀ ਜਿਹੜੀ ਹੈ ਇੱਕ ਸਿਸਟਮ ਦੇ ਰੂਪ ਦੇ ਅੰਦਰ ਪੰਜਾਂ ਪਿਆਰਿਆਂ ਨੂੰ ਬਖਸ਼ਿਸ਼ ਕੀਤੀ। ਤੋਂ ਪੰਜਾਂ ਪਿਆਰਿਆਂ ਨੂੰ ਕਿਵੇਂ ਉਹਨਾਂ ਨੇ ਜਿਹੜੀ ਹੈ ਨਾਮ ਦੀ ਬਖਸ਼ਿਸ਼ ਕਰਨੀ ਹੈ, ਤੋਂ ਉਹ ਅਸੀਂ ਜਦੋਂ ਸਿੱਖ ਰਹਿਤ ਮਰਿਆਦਾ ਨੂੰ ਅਸੀਂ ਦੇਖਦੇ ਹਾਂ, ਤੋਂ ਸਿੱਖ ਰਹਿਤ ਮਰਿਆਦਾ ਦੇ ਵਿੱਚ ਜਦੋਂ ਅਸੀਂ ਸ਼ਖਸੀ ਰਹਿਣੀ ਦੀ ਗੱਲ ਕਰਦੇ ਹਾਂ ਤਾਂ ਉਸਦਾ ਨਾਮ ਬਾਣੀ ਦਾ ਅਭਿਆਸ ਜੋ ਚੈਪਟਰ ਹੈ ਉਸ ਵਿੱਚ ਸਿੱਖ ਨੂੰ ਹਰ ਇੱਕ ਨੂੰ ਹਦਾਇਤ ਹੈ ਕਿ ਸਿੱਖ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਜਾਗ ਕੇ ਇਸ਼ਨਾਨ ਕਰੇ ਅਤੇ ਇੱਕ ਅਕਾਲ ਪੁਰਖ ਦਾ ਧਿਆਨ ਧਾਰਦਾ ਹੋਇਆ ਵਾਹਿਗੁਰੂ ਨਾਮ ਜਪੇ। ਤੋਂ ਨਾਮ ਜਪਣ ਦੀ ਜਿਹੜੀ ਗੱਲ ਹੈ ਉਹ ਹਰ ਇੱਕ ਸਿੱਖ ਨੂੰ ਸ਼ੁਰੂ ਤੋਂ ਹੀ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਜਿਹੜਾ ਨਾਮ ਜਪਣਾ, ਵੰਡ ਕੇ ਛਕਣਾ ਔਰ ਧਰਮ ਦੀ ਕਿਰਤ ਕਰਨੀ ਜਿਹੜੀ ਹੈ ਉਹ ਗੱਲ ਸਮਝਾਈ ਹੋਈ ਹੈ। ਤੋਂ ਇਹ ਪੰਜ ਪਿਆਰਾ ਸਿਸਟਮ ਜਦੋਂ ਅਸੀਂ ਉਸੇ ਰਹਿਤ ਮਰਿਆਦਾ ਦੇ ਵਿੱਚ ਅਸੀਂ ਜਦੋਂ ਅੰਮ੍ਰਿਤ ਸੰਚਾਰ ਦਾ ਮਰਿਆਦਾ ਦੇਖਦੇ ਹਾਂ ਤਾਂ ਉੱਥੇ ਗੰਗਾ ਜਿਹੜਾ ਸਭ ਚੈਪਟਰ ਹੈ ਉਸ ਦੇ ਅੰਦਰ ਲਿਖਿਆ ਗਿਆ ਹੈ ਕਿ ਜਿਸ ਵੇਲੇ ਪੰਜ ਪਿਆਰੇ ਸੰਗਤਾਂ ਨੂੰ ਅੰਮ੍ਰਿਤ ਦੀ ਜਿਹੜੀ ਹੈ ਉਹ ਬਖਸ਼ਿਸ਼ ਕਰ ਦਿੰਦੇ ਹਨ, ਅੰਮ੍ਰਿਤ ਛਕ ਲੈਂਦੇ ਹਨ, ਤਾਂ ਸਾਰੇ ਪੰਜੇ ਪਿਆਰੇ ਰਲ ਕੇ ਇੱਕੋ ਆਵਾਜ਼ ਨਾਲ ਅੰਮ੍ਰਿਤ ਛਕਣ ਵਾਲਿਆਂ ਨੂੰ ਵਾਹਿਗੁਰੂ ਦਾ ਨਾਮ ਦੱਸ ਕੇ ਮੂਲ ਮੰਤਰ ਸੁਣਾਉਣ ਤੇ ਉਹਨਾਂ ਪਾਸੋਂ ਇਸ ਦਾ ਰਟਨ ਕਰਵਾਉਣ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੋਂ ਇੱਥੇ ਸਪਸ਼ਟ ਹੈ ਰਹਿਤ ਮਰਿਆਦਾ ਦੇ ਅੰਦਰ ਕਿ ਪੰਜ ਪਿਆਰੇ ਜਿਹੜੇ ਹਨ ਅੰਮ੍ਰਿਤ ਛਕਾਉਣ ਤੋਂ ਬਾਅਦ ਪੰਜੋ ਪਿਆਰੇ ਮਿਲ ਕਰਕੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੁੰਦਾ ਹੈ ਉਹਨਾਂ ਨੂੰ ਵਾਹਿਗੁਰੂ ਦਾ ਨਾਮ ਜਿਹੜਾ ਹੈ ਉਹ ਜਾਪ ਕਰਨ ਵਾਸਤੇ ਉਹਨਾਂ ਨੂੰ ਜਿਹੜੀ ਹੈ ਹਦਾਇਤ ਦਿੱਤੀ ਜਾਂਦੀ ਹੈ। ਔਰ ਫਿਰ ਮੂਲ ਮੰਤਰ ਦਾ ਜਿਹੜਾ ਕਿ ਸਾਡੇ ਸਿੱਖੀ ਦੇ ਅੰਦਰ ਜੋ ਸਾਡਾ ਗੁਰਬਾਣੀ ਦਾ ਚੈਪਟਰ ਹੈ ਗੁਰੂ ਗ੍ਰੰਥ ਸਾਹਿਬ ਹਨ ਉਸ ਤੋਂ ਸਭ ਤੋਂ ਸਰਵੋੱਚ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਸਾਡੇ ਬਾਰੇ ਜੋ ਇੰਟਰੋਡਿਊਸ ਕਰਦੇ ਹਨ ਕਿ ਸਾਡੇ ਅਕਾਲ ਪੁਰਖ ਦਾ ਸਰੂਪ ਕਿਸ ਤਰ੍ਹਾਂ ਦਾ ਹੈ ਔਰ ਦੂਸਰੇ ਜਿਹੜੇ ਦੁਨਿਆਵੀ ਜਿਹੜੇ ਰੱਬ ਹਨ ਉਹਨਾਂ ਨਾਲੋਂ ਕਿਵੇਂ ਸਾਡਾ ਅਕਾਲ ਪੁਰਖ ਦਾ ਸਰੂਪ ਜਿਹੜਾ ਡਿਫਰੈਂਟ ਹੈ। ਤਾਂ ਉਸ ਦੇ ਨਾਲ ਸਾਨੂੰ ਜੋੜ ਕਰਕੇ ਪੰਜ ਪਿਆਰੇ ਬੜਾ ਹੀ ਸਿੱਧਾ ਅਕਾਲ ਪੁਰਖ ਦੇ ਨਾਲ ਜੋੜਦੇ ਹਨ ਔਰ ਵਾਹਿਗੁਰੂ ਨਾਮ ਦਾ ਸਿਮਰਨ ਕਰਨ ਵਾਸਤੇ ਸਾਨੂੰ ਜਿਹੜੀ ਹੈ ਉਹ ਹਦਾਇਤ ਦਿੰਦੇ ਹਨ। ਇੱਥੇ ਇਹ ਵੀ ਗੱਲ ਸਾਨੂੰ ਸਮਝਣ ਦੀ ਲੋੜ ਹੈ ਕਿ ਪੰਜ ਪਿਆਰੇ ਇਕੱਠੇ ਰੂਪ ਦੇ ਅੰਦਰ ਜਿਸ ਵੇਲੇ ਉਹ ਅੰਮ੍ਰਿਤ ਸੰਚਾਰ ਕਰ ਰਹੇ ਹੋਣ ਉਸ ਵਕਤ ਹੀ ਉਹਨਾਂ ਨੂੰ ਇਹ ਵਾਹਿਗੁਰੂ ਨਾਮ ਦੀ ਦਾਤ ਜਿਹੜੀ ਹੈ ਉਹ ਦੇਣ ਦਾ ਹੱਕ ਹੈ। ਅਗਰ ਉਹ ਉਸ ਤੋਂ ਬਾਅਦ ਜਿਹੜੇ ਹਨ ਪੰਜ ਪਿਆਰਿਆਂ ਨੂੰ ਉਹਨਾਂ ਨੂੰ ਉਸ ਤੋਂ ਬਾਅਦ ਕੋਈ ਅਧਿਕਾਰ ਨਹੀਂ ਕਿ ਉਹ ਕਿਸੇ ਇਕੱਲੇ ਦੁਕੱਲੇ ਰੂਪ ਦੇ ਅੰਦਰ ਵੀ ਉਹ ਕਿਸੇ ਨੂੰ ਬੰਦੇ ਨੂੰ ਕਿਸੇ ਨੂੰ ਗੁਰਸਿੱਖ ਨੂੰ ਜਾਂ ਅਬਲਾਕੀ ਨੂੰ ਨਾਮ ਦੀ ਦਾਤ ਦੇ ਸਕਣ। ਤੋਂ ਅੱਜ ਕੱਲ੍ਹ ਇਹ ਸਮਾਜ ਦੇ ਵਿੱਚ ਬੜਾ ਭੁਲੇਖਾ ਪਾਇਆ ਜਾਂਦਾ ਹੈ ਕਿ ਕਈ ਡੇਰਿਆਂ ਦੇ ਅੰਦਰ ਕੱਲਾ ਤੋਂ ਕੱਲਾ ਵਿਅਕਤੀ ਵੀ ਆਪਣੇ ਆਪ ਨੂੰ ਬੜਾ ਮਹਾਨ ਸਮਝ ਕੇ ਬੜਾ ਉੱਚੇ ਜੀਵਨ ਵਾਲਾ ਸਮਝ ਕੇ ਉਹ ਸੰਗਤਾਂ ਨੂੰ ਆਪਣੇ ਕੋਲ ਬੁਲਾ ਕਰਕੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਉਹਨਾਂ ਨੂੰ ਜਿਹੜੀ ਹੈ ਉਹ ਨਾਮ ਦੀ ਦਾਤ ਦਿੰਦੇ ਨੇ ਔਰ ਫਿਰ ਇਹ ਗੱਲ ਕਹਿਣਗੇ ਵੀ ਕੰਨਾ ਮੰਨਾ ਕੁਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ। ਉਹਨਾਂ ਦੇ ਕੰਨਾਂ ਦੇ ਵਿੱਚ ਨਾਮ ਦਿੰਦੇ ਹਨ ਲੇਕਿਨ ਗੁਰੂ ਨਾਨਕ ਪਾਤਸ਼ਾਹ ਦਾ ਮਤ ਹੈ ਕਿ ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਤੁਠਾ ਕੀਨੀ ਦਾਤ। ਤੇ ਇਹਦੇ ਤਰੁੱਟ ਕਰਕੇ ਗੁਰੂ ਦੀ ਕਿਰਪਾ ਸਦਕਾ ਹੀ ਇਹ ਨਾਮ ਦੀ ਦਾਤ ਜਿਹੜੀ ਹੈ ਅਜੋਕੇ ਸਮੇਂ ਦੇ ਅੰਦਰ ਪੰਜ ਪਿਆਰੇ ਜਿਹੜੇ ਹਨ ਇਸ ਵੇਲੇ ਅੰਮ੍ਰਿਤ ਸੰਚਾਰ ਦੇ ਰਸਮ ਵਿੱਚ ਹੁੰਦੇ ਹਨ ਉਸ ਡਰੈਸ ਕੋਡ ਦੇ ਵਿੱਚ ਹੁੰਦੇ ਹਨ ਤਾਂ ਉਹ ਅੰਮ੍ਰਿਤ ਛਕਾ ਸਕਦੇ ਹਨ। ਇਕੱਲਾ ਕੋਈ ਵੀ ਵਿਅਕਤੀ ਉਸ ਨੂੰ ਹੱਕ ਨਹੀਂ ਹੈ ਕਿ ਉਹ ਅੰਮ੍ਰਿਤ ਛਕਾ ਸਕੇ। ਤੋਂ ਆਸ ਹੈ ਇਸ ਗੱਲ ਦਾ ਜਿਹੜੇ ਵੀ ਵਿਅਕਤੀ ਇਸ ਨਾਮ ਦੇਣ ਦੀ ਜਿਹੜੀ ਗੱਲ ਹੈ ਉਸ ਨੂੰ ਗਲਤ ਤਰੀਕੇ ਦੇ ਨਾਲ ਅਪਣਾ ਰਹੇ ਹਨ ਉਹਨਾਂ ਨੂੰ ਵੀ ਇੱਕ ਚੇਤਾਵਨੀ ਸਮਝਣੀ ਚਾਹੀਦੀ ਹੈ ਕਿ ਉਹਨਾਂ ਨੂੰ ਕੋਈ ਹੱਕ ਨਹੀਂ ਕਿ ਉਹ ਇਕੱਲੇ ਨਾਮ ਦੇ ਸਕਣ। ਨਾਮ ਕੇਵਲ ਗੁਰੂ ਦੇ ਸਕਦਾ ਹੈ ਔਰ ਗੁਰੂ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਆਤਮਾ ਗ੍ਰੰਥ ਵਿੱਚ ਰੱਖ ਕਰਕੇ ਸਰੀਰ ਪੰਥ ਵਿੱਚ ਪੰਜ ਪਿਆਰਿਆਂ ਨੂੰ ਇਹ ਜਿਹੜੀ ਹੈ ਜ਼ਿੰਮੇਵਾਰੀ ਸੌਂਪੀ ਹੈ ਜੋ ਅੰਮ੍ਰਿਤ ਛਕਾਉਣ ਵੇਲੇ ਇਹ ਵਾਹਿਗੁਰੂ ਦਾ ਨਾਮ ਸਾਨੂੰ ਦ੍ਰਿੜ ਕਰਾਉਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਤੇਜਿੰਦਰ ਸਿੰਘ ਜੀ ਨੇ ਪੰਥ ਪ੍ਰਵਾਨ ਰਹਿਤ ਮਰਿਆਦਾ ਦੇ ਮੁਤਾਬਕ ਨਾਮ ਦੀ ਜਿਹੜੀ ਇਹ ਡੈਫੀਨੇਸ਼ਨ ਹੈ ਉਹ ਸਾਨੂੰ ਸਮਝਾਈ ਹੈ ਬਹੁਤ ਅੱਛੇ ਤਰੀਕੇ ਨਾਲ ਆਪ ਜੀ ਨੇ ਦੱਸਿਆ। ਤਾਂ ਸਾਧ ਸੰਗਤ ਜੀ ਗੱਲ ਤੇ ਇਹ ਹੈਗੀ ਹੈ ਕਿ ਇਹ ਜਿਹੜਾ ਸਵਾਸ ਨਾਮ ਜਪਣਾ ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਤ ਇਹ ਨਾਮ ਜਪਣ ਦਾ ਮਤਲਬ ਇਹ ਹੈ ਕਿ ਸਾਡੀ ਕਥਨੀ ਤੋਂ ਕਰਨੀ ਤੱਕ ਲਿਜਾਣ ਦਾ ਇੱਕ ਸੋਰਸ ਹੈ। ਇਹ ਕਿ ਸਿਰਫ ਮਤਲਬ ਵੀ ਕੋਈ ਨਾਮ ਜਪਣਾ ਪਰੰਤੂ ਜਿਵੇਂ ਪਹਿਲੇ ਸਵਾਲ 'ਚ ਮੈਂ ਬੇਨਤੀ ਕੀਤੀ ਹੈ
ਕਿ ਜਿੰਨਾ ਚਿਰ ਬਾਹਰੀ ਦਿੱਖ ਨਾ ਸਿਰਫ ਬਾਹਰੀ ਦਿੱਖ ਹੀ ਨਾ ਰਹਿ ਜਾਏ, ਜਿੰਨਾ ਚਿਰ ਸਾਡੀ ਅੰਦਰੂਨੀ ਰਹਿਤ ਜਿਹੜੀ ਭਾਵ ਅਸੀਂ ਅੰਦਰ ਤੌਰ ਤੇ ਸਾਡੇ ਪਕਿਆਈ ਨਹੀਂ ਹੈ, ਸਾਡੇ ਅੰਦਰ ਸਚਿਆਰ ਨਹੀਂ ਹੈ। ਸੋ ਲੋੜ ਇਹ ਇੱਥੇ ਵੀ ਇਹੀ ਹੈ ਕਿ ਨਾਮ ਸਾਨੂੰ ਪ੍ਰੇਰਨਾ ਕਰਦਾ ਕਿ ਕਿਸ ਤਰ੍ਹਾਂ ਦਾ ਵਧੀਆ ਜੀਵਨ ਅਸੀਂ ਜਿਉਣਾ। ਉਹਦੇ ਨਾਲ ਸਾਨੂੰ ਇਹ ਇੱਕ ਪ੍ਰੇਰਨਾ ਸਰੋਤ ਹੈ ਨਾਮ। ਤੇ ਜਿਸ ਵੇਲੇ ਅਸੀਂ ਨਾਮ ਨਾਲ ਜੁੜਦੇ ਹਾਂ ਤੇ ਉਹਦਾ ਮਤਲਬ ਇਹ ਹੈ ਕਿ ਸਾਡੇ ਮਨ 'ਚ ਖਿਆਲ ਆਉਣਾ ਚਾਹੀਦਾ ਕਿ ਅਸੀਂ ਨਾਮੀ ਬਣਨਾ। ਭਾਵ ਇਹ ਹੈ ਕਿ ਸਾਡੀ ਕਰਨੀ ਵੀ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਵਾਹਿਗੁਰੂ ਜੀ ਨੇ ਸਾਨੂੰ ਇਹ ਹੁਕਮ ਕੀਤਾ ਹੈ। ਤੋ ਸਤਿਗੁਰੂ ਕਿਰਪਾ ਕਰਨ। ਲੋੜ ਤੇ ਇਹ ਹੈ, ਅਰਦਾਸ ਵੀ ਇਹ ਹੈ, ਔਰ ਸਾਡੀ ਐਫਰਟ ਹੋਣੀ ਚਾਹੀਦੀ ਹੈ ਕਿ ਇਸ ਮਨੁੱਖਾ ਜਨਮ ਦੇ ਵਿੱਚ ਰਹਿੰਦੇ ਅਸੀਂ ਉਸ ਪਰਫੈਕਸ਼ਨ ਵੱਲ ਵੱਧਦੇ ਜਾਈਏ। ਪਰਫੈਕਸ਼ਨ ਤੋਂ ਭਾਵ ਇਹ ਹੈ ਕਿ ਸਾਡੇ ਅੰਦਰ ਜਿੰਨੀਆਂ ਕੁਰੀਤੀਆਂ ਨੇ, ਸਾਡੇ ਅੰਦਰ ਜਿਹੜੇ ਮਾੜੇ ਖਿਆਲ ਨੇ, ਅਸੀਂ ਜਿਹੜੇ ਗਲਤ ਕੰਮ ਕਰਦੇ ਹਾਂ, ਉਹਨਾਂ ਤੋਂ ਅਸੀਂ ਉੱਤੇ ਉੱਠ ਕੇ ਇੱਕ ਸਚਿਆਰ ਤੇ ਵਧੀਆ ਜਿਹੜਾ ਜੀਵਨ ਹੈ ਉਹਦੇ ਵੱਲ ਪਹੁੰਚ ਸਕੀਏ। ਜੇ ਇਹ ਇਸ ਮੰਜ਼ਿਲ ਤੇ ਪਹੁੰਚ ਗਏ ਤਾਂ ਜੀਵਨ ਸਫਲ ਹੈ, ਵਰਨਾ ਇਹ ਮਨੁੱਖਾ ਜਨਮ ਜੇ ਆਏ ਜਾਂ ਨਾ ਆਏ ਫਿਰ ਤੇ ਉਹ ਨਾ ਹੋਵੇ ਕਿਤੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪ੍ਰਚਾਰਾ ਕਰਿਆ ਜਾਂਦਾ, ਕਿਤੇ ਲੋਕ ਪ੍ਰਚਾਰਾ 'ਚ ਨਾ ਰਹਿ ਜਾਈਏ। ਅਸੀਂ ਅੰਦਰ ਤੌਰ ਤੇ ਆਤਮਿਕ ਤੌਰ ਤੇ ਅੰਤਰਾਤਮਿਕ ਤੌਰ ਤੇ ਸਾਡੇ 'ਚ ਇਹਦੀ ਬਲ ਆਉਣਾ ਚਾਹੀਦਾ ਤਾਂ ਜੀ ਅਸੀਂ ਇੱਕ ਜ਼ਿੰਦਗੀ ਦੇ ਸਹੀ ਮੰਜ਼ਿਲ ਤੇ ਪਹੁੰਚ ਸਕੀਏ। ਤੋ ਫਿਰ ਇੱਕ ਵਾਰੀ ਵੀਰ ਤਜਿੰਦਰ ਸਿੰਘ ਜੀ ਆਪ ਜੀ ਦਾ ਧੰਨਵਾਦ ਹੈ। ਤੋ ਸਾਧ ਸੰਗਤ ਜੀ, ਅਖੀਰਲਾ ਸਵਾਲ ਜਿਹੜਾ ਹੈ ਉਹ ਸਾਨੂੰ ਡਾਕਟਰ ਸੁੰਦਰ ਸਿੰਘ ਜੀ ਕਸ਼ਮੀਰ ਤੋਂ ਉਹਨਾਂ ਨੇ ਲਿਖਿਆ ਸੀ। ਮੈਂ ਪਹਿਲੇ ਤਾਂ ਖਿਮਾ ਮੰਗਦਾ ਕਿ ਪਿਛਲੇ ਹਫਤੇ ਇਹ ਸਵਾਲ ਸਾਨੂੰ ਬਿਲਕੁਲ ਲਾਸਟ ਡੇ ਆਇਆ, ਅਸੀਂ ਲੈ ਨਹੀਂ ਸਕੇ। ਤੋ ਸਵਾਲ ਇਹ ਹੈ ਕਿ ਗੁਰਬਾਣੀ ਵਿੱਚ ਬਸੰਤ ਰੁੱਤ ਚੇਤ ਤੇ ਵਿਸਾਖ ਦੇ ਮਹੀਨਿਆਂ ਦੇ ਜੁਟ ਨੂੰ ਦੱਸਿਆ ਗਿਆ, ਪਰ ਕੀਰਤਨੀ ਸਿੰਘ ਮਾਘ ਦੇ ਮਹੀਨੇ ਤੋਂ ਹੀ ਇਹ ਸ਼ੁਰੂ ਕਰ ਦਿੰਦੇ ਹਨ। ਇਹ ਜਿਹੜਾ ਹੈਗਾ ਸਹੀ ਮਰਿਆਦਾ ਕੀ ਹੈ? ਮੈਂ ਬੇਨਤੀ ਕਰ ਰਿਹਾ ਵੀ ਪ੍ਰਭ ਕੀਰਤਨ ਸਿੰਘ ਜੀ ਵੀ ਕਿਰਪਾ ਕਰੋ ਇਹਦੇ ਬਾਰੇ ਚਾਨਣਾ ਪਾਓ ਬਸੰਤ ਰੁੱਤ ਬਾਰੇ। ਗੁਰੂ ਪਿਆਰਿਓ, ਇਹ ਜੋ ਪ੍ਰਸ਼ਨ ਡਾਕਟਰ ਸਾਹਿਬ ਜੀ ਨੇ ਭੇਜਿਆ ਹੈ ਇਹ ਬੜਾ ਟਾਈਮਲੀ ਸਵਾਲ ਹੈ, ਕਿਉਂਕਿ ਅੱਜ ਕੱਲ ਬਸੰਤ ਰਾਗ ਦੇ ਗਾਇਨ ਦਾ ਸਮਾਂ ਮੰਨਿਆ ਜਾਂਦਾ ਹੈ ਤੇ ਇਹ ਹਰ ਰੋਜ਼ ਅਸੀਂ ਜੋ ਲਾਈਵ ਰਿਲੇ ਹੁੰਦਾ ਹੈ ਦਰਬਾਰ ਸਾਹਿਬ ਤੋਂ ਉਹਦੇ ਵਿੱਚ ਅਸੀਂ ਸੁਣਦੇ ਹਾਂ ਤੇ ਬਾਕੀ ਗੁਰਦੁਆਰਿਆਂ ਵਿੱਚ ਵੀ ਉਸੇ ਪਰੰਪਰਾ ਨੂੰ ਹੀ ਸਾਹਮਣੇ ਰੱਖ ਕੇ ਹਰ ਗੁਰਦੁਆਰੇ ਵਿੱਚ ਬਸੰਤ ਰਾਗ ਦਾ ਕੀਰਤਨ ਕੀਤਾ ਜਾਂਦਾ ਹੈ। ਜਦੋਂ ਅਸੀਂ ਇਹਦੇ ਵਾਸਤੇ ਕੋਈ ਹਵਾਲਾ ਜਾਂ ਰੈਫਰੈਂਸ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਮੈਂ ਇੱਕ ਹਵਾਲਾ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਜੋ ਅਸੀਂ ਪ੍ਰੋਫੈਸਰ ਕਰਤਾਰ ਸਿੰਘ ਜੀ ਰਚਿਤ ਗੁਰਮਤਿ ਸੰਗੀਤ ਦਰਪਣ ਭਾਗ ਦੂਜਾ ਵਿੱਚੋਂ ਲਿਆ ਹੈ। ਉਹਦੇ ਵਿੱਚ ਆਪ ਜੀ ਨੇ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਦੀ ਰਚੀ ਹੋਈ ਇੱਕ ਪੁਸਤਕ ਸ੍ਰੀ ਹਰਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ, ਉਹਦੇ ਵਿੱਚੋਂ ਉਹਨਾਂ ਨੇ ਇਹ ਕੋਟ ਕੀਤਾ ਹੈ ਉਹਨਾਂ ਦੀ ਲਿਖੀ ਕਿਤਾਬ ਵਿੱਚੋਂ। ਤੇ ਉਹ ਹਵਾਲਾ ਇਹ ਹੈ, ਮੈਂ ਆਪ ਜੀ ਨੂੰ ਪੜ੍ਹ ਕੇ ਸੁਣਾ ਰਿਹਾ ਹਾਂ ਕਿ ਮਾਘੀ ਤੋਂ ਇੱਕ ਦਿਨ ਪਹਿਲਾਂ ਲੋਹੜੀ ਵਾਲੇ ਦਿਨ ਸ਼ਾਮ ਨੂੰ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦਗੰਜ ਵਿਖੇ ਬਸੰਤ ਰਾਗ ਦੇ ਆਰੰਭ ਸੰਬੰਧੀ ਜੋੜ ਮੇਲਾ ਹੁੰਦਾ ਹੈ। ਫਿਰ ਗੁਰਦੁਆਰਾ ਥੜਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਥਾਨ ਤੇ ਸਮਾਗਮ ਹੁੰਦਾ ਹੈ, ਮਾਨੋ ਬਸੰਤ ਰਾਗ ਧਰਤੀ ਤੇ ਹੀ ਉਤਰ ਆਇਆ ਹੈ। ਉਹ ਇਉਂ ਲਿਖਦੇ ਹਨ, ਲੋਹੜੀ ਦੀ ਰਾਤ ਨੂੰ 9 ਵਜੇ ਸ੍ਰੀ ਹਰਮੰਦਰ ਸਾਹਿਬ ਅੰਦਰ ਬਸੰਤ ਰਾਗ ਗਾਇਨ ਦੇ ਆਰੰਭ ਕਰਨ ਦੀ ਅਰਦਾਸ ਕੀਤੀ ਜਾਂਦੀ ਹੈ। ਅਰਦਾਸ ਉਪਰੰਤ ਰਾਗੀ ਸਿੰਘ ਮਹਾ ਮੁਬਾਰਕੀ ਚੜ੍ਹਿਆ ਸਦਾ ਬਸੰਤ, ਜੋ ਰਾਗ ਬਸੰਤ ਵਿੱਚ ਰਚਿਤ ਬਾਣੀ ਦਾ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਹਿਲਾ ਸ਼ਬਦ ਹੈ, ਉਸ ਦਾ ਰਾਗ ਬਸੰਤ ਵਿੱਚ ਹੀ ਗਾਇਨ ਕਰਦੇ ਹਨ। ਤੇ ਇਸ ਤਰ੍ਹਾਂ ਸ੍ਰੀ ਹਰਮੰਦਰ ਸਾਹਿਬ ਅੰਦਰ ਬਸੰਤ ਰਾਗ ਦਾ ਗਾਇਨ ਆਰੰਭ ਹੁੰਦਾ ਹੈ। ਸ਼ਬਦ ਮਰਿਆਦਾ ਅਨੁਸਾਰ ਹਰ ਰਾਗੀ ਜਥਾ ਪਹਿਲਾ ਸ਼ਬਦ ਬਸੰਤ ਰਾਗ ਵਿੱਚ ਰਚਿਤ ਬਾਣੀ ਦਾ ਬਸੰਤ ਰਾਗ ਵਿੱਚ ਹੀ ਗਾਇਨ ਕਰਦਾ ਹੈ। ਇਸ ਤੋਂ ਅੱਗੇ ਆਪ ਬਸੰਤ ਦੀ ਵਾਰ ਦੀ ਜੋ ਹੈ ਬਸੰਤ ਕੀ ਵਾਰ ਦੀ ਪਰੰਪਰਾ ਜੋ ਹੈ ਉਹਦੇ ਗਾਇਨ ਦਾ ਜ਼ਿਕਰ ਕਰਦੇ ਹਨ ਤੇ ਅੰਤ ਵਿੱਚ ਲਿਖਦੇ ਹਨ ਕਿ ਬਸੰਤ ਰਾਗ ਗਾਇਨ ਦਾ ਇਹ ਸਿਲਸਿਲਾ ਹੋਲੇ ਮਹੱਲੇ ਤੱਕ ਚੱਲਦਾ ਰਹਿੰਦਾ ਹੈ ਤੇ ਹੋਲੇ ਮਹੱਲੇ ਵਾਲੇ ਦਿਨ ਸਵੇਰੇ ਆਸਾ ਜੀ ਕੀ ਵਾਰ ਦੀ ਸਮਾਪਤੀ ਦੀ ਅਰਦਾਸ ਸਮੇਂ ਬਸੰਤ ਰਾਗ ਦੀ ਸਮਾਪਤੀ ਦੀ ਅਰਦਾਸ ਕਰ ਦਿੱਤੀ ਜਾਂਦੀ ਹੈ। ਸੋ ਇਹ ਉਹ ਪਰੰਪਰਾ ਹੈ ਜੋ ਸਾਨੂੰ ਪੁਰਾਤਨ ਮਰਿਆਦਾ ਕਹਿ ਕੇ ਦੱਸੀ ਜਾਂਦੀ ਹੈ, ਜਿਹਦੇ ਬਾਰੇ ਡਾਕਟਰ ਸਾਹਿਬ ਜੀ ਦਾ ਸਵਾਲ ਹੈ। ਤੇ ਇਹਨੂੰ ਆਓ ਆਪਾਂ ਥੋੜਾ ਜਿਹਾ ਇਹਦੇ ਬਾਰੇ ਵਿਚਾਰ ਕਰ ਲਈਏ ਕਿ ਜਿਹੜੇ ਲੋਕ ਇਸ ਪਰੰਪਰਾ ਦਾ ਜ਼ਿਕਰ ਕਰਨ ਲੱਗੇ ਸਾਨੂੰ ਦੱਸਦੇ ਹਨ
ਤਾਂ ਇਹ ਦੱਸਿਆ ਜਾਂਦਾ ਹੈ ਕਿ ਇਸ ਦਾ ਕੋਈ ਇਤਿਹਾਸਕ ਪਿਛੋਕੜ ਹੈ, ਇਤਿਹਾਸਕ ਪਰੰਪਰਾ ਹੈ, ਜਾਂ ਪੁਰਾਤਨ ਮਰਿਆਦਾ ਹੈ, ਜਾਂ ਹਰਿਮੰਦਰ ਸਾਹਿਬ ਦੀ ਮਰਿਆਦਾ ਕਹਿ ਦਿੱਤਾ ਜਾਂਦਾ ਹੈ। ਪਰ ਇਹ ਜਿਹੜੇ ਸਾਰੇ ਸ਼ਬਦ ਹਨ, ਇਹ ਸਥਿਤੀ ਨੂੰ ਕਿਸੇ ਵੀ ਤਰ੍ਹਾਂ ਸਪਸ਼ਟ ਨਹੀਂ ਕਰਦੇ, ਬਲਕਿ ਇੱਕ ਕਿਸਮ ਨਾਲ ਅਸੀਂ ਇਉਂ ਕਰੀਏ ਕਿ ਸਾਰੀ ਸਥਿਤੀ ਨੂੰ ਉਹਦੇ ਵਿੱਚ ਹੀ ਰੱਖਦੇ ਹਨ। ਨਾ ਤਾਂ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਇਸ ਦਾ ਇਤਿਹਾਸਕ ਪਿਛੋਕੜ ਅਸਲ ਵਿੱਚ ਹੈ ਕੀ ਹੈ, ਉਹਦਾ ਕੋਈ ਜ਼ਿਕਰ ਨਹੀਂ ਕੀਤਾ ਜਾਂਦਾ। ਕੀ ਇਹ ਕਿਸੇ ਗੁਰੂ ਸਾਹਿਬ ਦੇ ਹੁਕਮ ਨਾਲ ਸ਼ੁਰੂ ਹੋਈ? ਇਹ ਰਵਾਇਤ ਕਦੋਂ ਸ਼ੁਰੂ ਹੋਈ? ਇਸ ਦਾ ਸਿਧਾਂਤਕ ਆਧਾਰ ਕੀ ਹੈ? ਗੁਰਬਾਣੀ ਵਿੱਚੋਂ ਕੀ ਸਾਨੂੰ ਇਸ ਬਾਰੇ ਕੋਈ ਸੇਧ ਮਿਲਦੀ ਹੈ? ਗੁਰਬਾਣੀ ਵਿੱਚ ਤੇ ਖਾਸ ਕਰਕੇ 12 ਮਾਹ ਵਿੱਚ ਬਸੰਤ ਰੁੱਤ ਦਾ ਸਮਾਂ ਕਦੋਂ ਮੰਨਿਆ ਗਿਆ ਹੈ? ਸਾਨੂੰ ਕੀ ਇਸ਼ਾਰੇ ਮਿਲਦੇ ਹਨ? ਤੇ ਕੀ ਬਸੰਤ ਰੁੱਤ ਜਿਹੜੀ ਹੈ ਇਹ ਲੋਹੜੀ ਵਾਲੇ ਦਿਨ ਸ਼ੁਰੂ ਹੋ ਜਾਂਦੀ ਹੈ ਅਸਲ ਵਿੱਚ? ਤੇ ਕੀ ਸਾਡੇ ਸੱਭਿਆਚਾਰ ਵਿੱਚ ਇਹ ਦਿਨ ਬਸੰਤ ਰੁੱਤ ਦੇ ਮੰਨੇ ਜਾਂਦੇ ਹਨ ਜਦੋਂ ਅਸੀਂ ਗਾਇਨ ਕਰ ਰਹੇ ਹਾਂ? ਇਹ ਸਾਰੇ ਸਵਾਲ ਸਾਡੇ ਜ਼ਿਹਨ ਦੇ ਵਿੱਚ ਪੈਦਾ ਹੋ ਜਾਣੇ ਸੁਭਾਵਿਕ ਹਨ। ਤੋ ਜੋ ਕੋਸ਼ਿਸ਼ ਇਸ ਰਵਾਇਤ ਬਾਰੇ ਪਤਾ ਕਰਨ ਦੀ ਕੀਤੀ ਗਈ, ਉਹ ਕੋਸ਼ਿਸ਼ ਦੇ ਬਾਵਜੂਦ ਵੀ ਇਸ ਦੇ ਪੁਰਾਤਨ ਹੋਣ ਤੋਂ ਵੱਧ ਹੋਰ ਕੋਈ ਜਾਣਕਾਰੀ ਹੱਥ ਨਹੀਂ ਲੱਗੀ। ਨਾ ਹੀ ਇਹ ਪਤਾ ਲੱਗਿਆ ਕਿ ਕਿਸ ਖਾਸ ਸਮੇਂ ਸ਼ੁਰੂ ਹੋਈ, ਕਿਹੜੇ ਗੁਰੂ ਸਾਹਿਬ ਦੇ ਹੁਕਮ ਦੇ ਨਾਲ ਜਾਂ ਉਹਨਾਂ ਨਾਲ ਸੰਬੰਧਿਤ ਹੋਣ ਬਾਰੇ ਕੋਈ ਜਾਣਕਾਰੀ ਮਿਲਦੀ ਹੈ। ਜੇ ਆਪ ਸਾਰੇ ਜੋ ਗਿਆਨੀ ਗੁਣੀ ਜਨ ਸੱਜਣ ਆਪ ਸਾਰੇ ਇਸ ਕਲਾਸ ਦੇ ਵਿੱਚ ਸ਼ਾਮਲ ਹੋ, ਜੇ ਆਪ ਵਿੱਚੋਂ ਕਿਸੇ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਇਹ ਜ਼ਰੂਰ ਸਾਂਝਾ ਕਰਨੀ ਹੈ। ਬਾਕੀ ਸਮਾਜਿਕ ਤੌਰ ਤੇ ਜੇ ਦੇਖਿਆ ਜਾਏ ਤੇ ਪੋਹ ਤੇ ਮਾਘ ਦੇ ਮਹੀਨੇ ਸਖਤ ਸਰਦੀ ਦੇ ਮੰਨੇ ਗਏ ਹਨ। ਇਹਦੇ ਬਾਰੇ ਅਖਾਣ ਵੀ ਪ੍ਰਚਲਿਤ ਹਨ, ਜਿਨ੍ਹਾਂ ਵਿੱਚ ਪੋਹ ਮਾਘ ਨੂੰ ਇਕੱਠੇ ਵਰਤਿਆ ਜਾਂਦਾ ਹੈ। ਪੋਹ ਮਾਘ ਦੀਆਂ ਠੰਡੀਆਂ ਰਾਤਾਂ, ਪੋਹ ਮਾਘ ਦੀਆਂ ਠੰਡੀਆਂ ਹਵਾਵਾਂ, ਜਾਂ ਇੱਕ ਜੋ ਅਖਾਣ ਮੈਂ ਦੱਸਦਾ ਹਾਂ ਜੋ ਸਾਡੇ ਇਲਾਕੇ ਦੇ ਵਿੱਚ ਕਾਫੀ ਪ੍ਰਚਲਿਤ ਹੁੰਦਾ ਸੀ ਕਿ ਪਾਲਾ ਪੋਹ ਨਾ ਪਾਲਾ ਮਾਘ, ਪਾਲਾ ਠੰਡੀ ਵਾਓ ਹੈ। ਤੋ ਇੱਥੇ ਵੀ ਦੋਵਾਂ ਨੂੰ ਇਕੱਠੇ ਰੱਖ ਕੇ ਹੀ ਵਰਤਿਆ ਗਿਆ ਹੈ ਕਿਉਂਕਿ ਇਹ ਠੰਡੇ ਮਹੀਨੇ ਮੰਨੇ ਜਾਂਦੇ ਸਨ। ਇਸੇ ਤਰ੍ਹਾਂ ਹੀ ਹੋਰ ਵੀ ਅਨੇਕਾਂ ਅਖਾਣ ਤੇ ਸਾਡੇ ਜੋ ਸਮਾਜ ਦੇ ਵਿੱਚ ਰਵਾਇਤਾਂ ਹਨ, ਉਹ ਪੋਹ ਤੇ ਮਾਘ ਮਹੀਨੇ ਦੀ ਭਰ ਸਰਦੀ ਦਾ ਹੀ ਮੰਨਿਆ ਹੈ ਉਹਦੇ ਵਿੱਚ। ਤੇ ਲੋਹੜੀ ਦਾ ਸੰਬੰਧ ਜਿਹੜਾ ਹੈ ਉਹ ਸਰਦੀ ਦੇ ਸਿਖਰ ਨਾਲ ਤਾਂ ਮੰਨਿਆ ਗਿਆ ਹੈ, ਤੇ ਕਈ ਲੋਕ ਇਹ ਵੀ ਕਹਿ ਦਿੰਦੇ ਹਨ ਕਿ ਇਸ ਤੋਂ ਪਿੱਛੋਂ ਮੋੜਾ ਪੈਣਾ ਸ਼ੁਰੂ ਹੋ ਜਾਂਦਾ ਹੈ। ਪਰ ਇਹ ਮੋੜਾ ਕੀ ਬਸੰਤ ਰੁੱਤ ਦੇ ਆਰੰਭ ਦਾ ਦਿਨ ਹੈ? ਤੋ ਅਸੀਂ ਇਹ ਪ੍ਰਸ਼ਨ ਜਿਹੜਾ ਹੈ ਇਹ ਸਮਾਜਿਕ ਤੌਰ ਦੇ ਉੱਤੇ ਆਪ ਵੀ ਆਪਣੇ ਨਜ਼ਰ ਮਾਰੋ ਤੇ ਆਪ ਇਸ ਬਾਰੇ ਵਿਚਾਰ ਕਰੋ। ਅਸੀਂ ਇਸ ਦਾ ਕੋਈ ਜਵਾਬ ਸਾਡੇ ਕੋਲ ਨਹੀਂ ਹੈ ਕਿ ਕੀ ਲੋਹੜੀ ਦਾ ਦਿਨ ਬਸੰਤ ਦੀ ਰੁੱਤ ਦੇ ਸ਼ੁਰੂ ਦਾ ਦਿਨ ਹੈ, ਕਿਉਂਕਿ ਸਾਨੂੰ ਕੋਈ ਇਹਦੇ ਬਾਰੇ ਖਾਸ ਹਵਾਲੇ ਨਹੀਂ ਮਿਲੇ। ਤਾਂ ਇਹ ਪ੍ਰਸ਼ਨ ਅਸੀਂ ਆਪ ਦੇ ਵਿਚਾਰ ਹਿੱਤ ਹੀ ਛੱਡਦੇ ਹਾਂ। ਬਾਕੀ ਬਸੰਤ ਰੁੱਤ ਦੇ ਬਾਰੇ ਆਮ ਤੌਰ ਤੇ ਲੋਕ ਜਿਹੜੇ ਹਨ ਉਹ ਬਸੰਤ ਪੰਚਮੀ ਦੇ ਨਾਲ ਇਹਦਾ ਆਰੰਭ ਸੰਬੰਧਿਤ ਕਰਦੇ ਹਨ। ਲੋਹੜੀ ਨਾਲ ਸਾਡੇ ਸਮਾਜ ਦੇ ਵਿੱਚ ਇਹੋ ਜਿਹੀ ਕੋਈ ਗੱਲ ਕਦੀ ਸੁਣਨ ਦੇ ਵਿੱਚ ਨਹੀਂ ਆਉਂਦੀ। ਤੇ ਫਿਰ ਅੰਤ ਵਿੱਚ ਆਪਾਂ ਇਹ ਦੇਖੀਏ ਵੀ ਸਾਨੂੰ ਗੁਰਬਾਣੀ ਵਿੱਚੋਂ ਮਿਲਣ ਵਾਲੀ ਸੇਧ ਕੀ ਹੈ। ਮੈਂ ਕੁਝ ਕੁ ਪੰਕਤੀਆਂ ਆਪ ਜੀ ਦੇ ਅੱਗੇ ਰੱਖ ਰਿਹਾ ਹਾਂ, ਆਪਾਂ ਉਹਨਾਂ ਨੂੰ ਥੋੜਾ ਧਿਆਨ ਦੇਈਏ। ਕਿ ਪਹਿਲੀ ਪੰਕਤੀ ਹੈ ਜੀ, ਚੜ ਚੇਤ ਬਸੰਤ ਮੇਰੇ ਪਿਆਰੇ ਭਲੀ ਰੁੱਤੇ। ਤੇ ਅਗਲੀ ਪੰਕਤੀ ਹੈ ਜੀ, ਰੁੱਤ ਸਰਸ ਬਸੰਤ ਮਾਹ ਚੇਤ ਵਿਸਾਖ ਸੁਖ ਮਾਸ ਜੀਓ। ਫਿਰ ਚੇਤ ਬਸੰਤ ਭਲਾ ਭਵਰ ਸੁਹਾਵੜੇ ਬਨ ਫੂਲੇ ਮੰਝ ਬਾਰ ਮੈਂ ਫਿਰ ਘਰ ਬਾਹੜਾ। ਵਿਸਾਖ ਭਲਾ ਸ਼ਾਖਾ ਵੇਸ ਕਰੇ ਨਾਨਕ ਵੈਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨ ਮਾਨਾ। ਤੇ ਫੱਗਣ ਦੇ ਬਾਰੇ ਵੀ ਕੁਝ ਪੰਕਤੀਆਂ ਹਨ ਕਿ ਫਲਗੁਨ ਮਨ ਰਹਿਸੀ ਪ੍ਰੇਮ ਸੁਭਾਇਆ ਫਲਗੁਨ ਆਨੰਦ ਅਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਤੋ ਇਹਨਾਂ ਸਾਰੀਆਂ ਜੋ ਪੰਕਤੀਆਂ ਹਨ ਇਹਨਾਂ ਵਿੱਚੋਂ ਸਾਨੂੰ ਇਹ ਇਸ਼ਾਰਾ ਸਪਸ਼ਟ ਤੌਰ ਤੇ ਮਿਲ ਰਿਹਾ ਹੈ ਕਿ ਸਤਿਗੁਰੂ ਜੀ ਨੇ ਇਹਨਾਂ ਤਿੰਨਾਂ ਮਹੀਨਿਆਂ ਫੱਗਣ ਦਾ ਤੇ ਚੇਤ ਤੇ ਵਿਸਾਖ ਦਾ ਇਹ ਜੋ ਹੈ ਇਹ ਬਸੰਤ ਦੇ ਨਾਲ ਹੀ ਖਿੜੇ ਹੋਏ ਮੌਸਮ ਦੇ ਨਾਲ ਹੀ ਖੁੱਲੇ ਮੌਸਮ ਦੇ ਨਾਲ ਜੋ ਭਰ ਸਰਦੀ ਤੋਂ ਬਾਅਦ ਆਉਂਦਾ ਹੈ ਉਹਦੇ ਨਾਲ ਸੰਬੰਧਿਤ ਕੀਤਾ ਹੈ। ਪਰ ਇਹਦੇ ਬਾਰੇ ਵਿਸਥਾਰ ਦੀ ਲੋੜ ਹੈ ਕਿ ਜੇ ਅਸੀਂ ਹੋਰ ਵੀ, ਕਿਉਂਕਿ ਬਸੰਤ ਦਾ ਤੇ ਹੋਰ ਮਹੀਨਿਆਂ ਦਾ ਜ਼ਿਕਰ ਬਾਰ-ਬਾਰ ਹੋਰ ਥਾਵਾਂ ਤੇ ਵੀ ਆਉਂਦਾ ਹੈ, ਤੋ ਇਹ ਤਾਂ ਕੇਵਲ ਕੁਝ ਕੁ ਪੰਕਤੀਆਂ ਮੈਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਹਨ। ਬੇਸ਼ੱਕ ਇਹਦੇ ਬਾਰੇ ਹੋਰ ਵਿਸਥਾਰ ਵਿੱਚ ਖੋਜ ਦੀ ਲੋੜ ਹੈ, ਪਰ ਇੰਨੀ ਕੁ ਗੱਲ ਤਾਂ ਸਪਸ਼ਟ ਹੀ ਹੈ ਕਿ ਫੱਗਣ, ਚੇਤ ਤੇ ਵਿਸਾਖ ਇਹ ਬਸੰਤ ਰੁੱਤ ਦੇ ਮਹੀਨੇ ਗੁਰਬਾਣੀ ਵਿੱਚ ਸਾਨੂੰ ਦੱਸੇ ਗਏ ਹਨ।
ਪਰ ਇਸ ਪੁਰਾਤਨ ਮਰਿਆਦਾ ਵਿੱਚ ਇਹ ਸ਼ਾਮਲ ਨਹੀਂ ਹਨ। ਇੱਥੋਂ ਤੱਕ ਕਿ ਹੋਲੇ ਮਹੱਲੇ ਤੋਂ ਬਾਅਦ ਬਸੰਤ ਰਾਗ ਦੇ ਗਾਇਨ ਉੱਤੇ ਵੀ ਕਈ ਭੋਲੇ ਸੱਜਣ ਇਤਰਾਜ਼ ਤੱਕ ਕਰ ਦਿੰਦੇ ਹਨ ਕਿ ਵੀ ਇਹ ਹੁਣ ਤਾਂ ਇਹਦਾ ਸਮਾਂ ਨਹੀਂ, ਤੁਸੀਂ ਇਹ ਰਾਗ ਗਾਇਆ ਕਿਉਂ ਹੈ। ਹੁਣ ਇਹਨਾਂ ਭੋਲੇ ਸੱਜਣਾਂ ਨੂੰ ਕੋਈ ਪੁੱਛੇ ਕਿ ਕੀ ਰਾਗ ਬਸੰਤ ਵਿੱਚ ਉਚਾਰਨ ਕੀਤੀ ਹੋਈ ਬਾਣੀ ਦਾ ਗਾਇਨ ਜਾਂ ਅਸੀਂ ਕਹੀਏ ਕਿ ਪਾਠ ਵੀ ਕਿ ਫਿਰ ਬਾਕੀ ਮਹੀਨਿਆਂ ਵਿੱਚ ਕਰਨ ਦੀ ਮਨਾਹੀ ਹੈ। ਤੇ ਫਿਰ ਇਹ ਵੀ ਸਵਾਲ ਜੇ ਪੁੱਛੀਏ ਕਿ ਕੀ ਬਸੰਤ ਦੇ ਜੋ ਸਮਾਂ ਮੰਨਿਆ ਗਿਆ ਹੈ ਪੁਰਾਤਨ ਮਰਿਆਦਾ ਅਨੁਸਾਰ, ਕੀ ਉਸ ਦੇ ਵਿੱਚ ਬਸੰਤ ਰਾਗ ਦੇ ਸਾਰੇ ਸ਼ਬਦਾਂ ਦਾ ਗਾਇਨ ਕਰ ਲਿਆ ਜਾਂਦਾ ਹੈ? ਅਸੀਂ ਆਮ ਦੇਖਦੇ ਹਾਂ ਕਿ ਕਿਸੇ ਵੀ ਗੁਰਦੁਆਰੇ 'ਚ ਦੇਖੀਏ ਜਾਂ ਦਰਬਾਰ ਸਾਹਿਬ ਵਿੱਚ ਦੇਖੀਏ, ਮੇਰਾ ਖਿਆਲ ਹੈ 15, 20, 25 ਜਾਂ 50 ਸ਼ਬਦਾਂ ਤੋਂ ਵੱਧ ਸਾਰੇ ਸਮੇਂ ਦੇ ਵਿੱਚ ਸਾਰੇ ਰਾਗੀ ਹਰ ਵਾਰੀ ਜਦੋਂ ਵੀ ਉਹਨਾਂ ਦੀ ਰੌਲ ਹੁੰਦੀ ਹੈ ਪਹਿਲਾ ਸ਼ਬਦ ਬਸੰਤ ਵਿੱਚ ਪੜ੍ਹਦੇ ਹਨ। ਪਰ ਜੇ ਕੁੱਲ ਸ਼ਬਦਾਂ ਦੀ ਲਿਸਟ ਬਣਾਈਏ ਤੇ ਉਹ ਬੜੇ ਥੋੜੇ ਜਿਹੇ ਸ਼ਬਦ ਬਣਨਗੇ, ਤਾਂ ਕੀ ਫਿਰ ਬਾਕੀ ਸ਼ਬਦ ਜਿਹੜੇ ਹਨ ਉਹ ਅਸੀਂ ਕਦੀ ਵੀ ਨਹੀਂ ਪੜਾਂਗੇ? ਤਾਂ ਇਹ ਵਿਚਾਰ ਦੀਆਂ ਗੱਲਾਂ ਹਨ। ਤੇ ਨਾਲੇ ਇਹ ਸੋਚਣ ਦੀ ਲੋੜ ਹੈ ਕਿ ਇਹ ਰਵਾਇਤ ਜੋ ਗੁਰਬਾਣੀ ਵਿੱਚੋਂ ਪ੍ਰਾਪਤ ਇਹ ਜੋ ਫੱਗਣ ਚੇਤ ਵਿਸਾਖ ਦੇ ਬਸੰਤ ਰੁੱਤ ਦੀ ਸੇਧ ਦੀ ਉਲੰਘਣਾ ਤਾਂ ਕਰਦੀ ਹੀ ਹੈ। ਇਸ ਤੋਂ ਇਲਾਵਾ ਇੱਕ ਹੋਰ ਪ੍ਰਸ਼ਨ ਵੀ ਸਾਡੇ ਸਾਹਮਣੇ ਖੜਾ ਹੋ ਜਾਂਦਾ ਹੈ ਕਿ ਲੋਹੜੀ ਤੇ ਹੋਲੀ ਹੋਲੇ ਮਹੱਲੇ ਨਾਲ ਇਸ ਦਾ ਸਿਧਾਂਤਕ ਜਾਂ ਇਤਿਹਾਸਕ ਸੰਬੰਧ ਕੀ ਹੈ, ਤੇ ਜਿਸ ਢੰਗ ਨਾਲ ਇਹਨਾਂ ਦੋਵੇਂ ਦਿਨਾਂ ਨੂੰ ਮਹੱਤਤਾ ਦਿੱਤੀ ਗਈ ਹੈ, ਇਸ ਮਹੱਤਤਾ ਦੇਣ ਦੀ ਰਵਾਇਤ ਦਾ ਸਰੋਤ ਹੈ ਕੀ ਹੈ। ਤੇ ਇਹ ਵੀ ਸਵਾਲ ਸਾਡੇ ਸਾਹਮਣੇ ਇੱਕ ਪੈਦਾ ਹੋਣਾ ਚਾਹੀਦਾ ਕਿ ਹੋਰ ਰਾਗਾਂ ਦੀ ਵੀ ਆਰੰਭਤਾ ਤੇ ਸਮਾਪਤੀ ਦੀ ਅਰਦਾਸ ਇਸੇ ਤਰ੍ਹਾਂ ਹੀ ਜੋੜ ਮੇਲਾ ਕਰਕੇ ਕੀਤੀ ਜਾਂਦੀ ਹੈ। ਤਾਂ ਇਹ ਸਾਰਾ ਕੁਝ ਹੈ ਕੀ ਹੈ, ਇਹਦੇ ਬਾਰੇ ਸਾਨੂੰ ਜਿਹੜੇ ਗੁਰਮਤਿ ਦੇ ਖੋਜੀ ਹਨ ਉਹਨਾਂ ਨੂੰ ਬੇਨਤੀ ਹੈ ਕਿ ਇਹਦੇ ਬਾਰੇ ਗੰਭੀਰ ਖੋਜ ਕਰਨ ਦੀ ਲੋੜ ਹੈ। ਤੇ ਜਾਂ ਫਿਰ ਅਸੀਂ ਆਪਣੇ ਸੰਤੋਖੀ ਸੁਭਾਅ ਦੇ ਵਿੱਚ ਕੇਵਲ ਪੁਰਾਤਨ ਮਰਿਆਦਾ ਦੇ ਸ਼ਬਦਾਂ ਦੇ ਉੱਤੇ ਇਹ ਸੁਣ ਕੇ ਹੀ ਸੰਤੋਖ ਕਰ ਲਈਏ ਤੇ ਇਸ ਨੂੰ ਇਸੇ ਤਰ੍ਹਾਂ ਹੀ ਚੱਲਦੇ ਰਹਿਣ ਦਈਏ, ਇਹਦੀ ਕੋਈ ਖੋਜ ਪੜਤਾਲ ਨਾ ਕਰੀਏ। ਦੋਨੋਂ ਚੋਇਸਸ ਸਾਡੇ ਕੋਲ ਹਨ ਕਿ ਜਾਂ ਤਾਂ ਅਸੀਂ ਇਹ ਸੰਤੋਖੀ ਸੁਭਾਅ ਵਿੱਚ ਰਹੀਏ ਜਾਂ ਇਹਨੂੰ ਖੋਜ ਪੜਤਾਲ ਕਰਨ ਦਾ ਯਤਨ ਕਰੀਏ। ਇਹ ਸਾਰਾ ਵਿਸ਼ਾ ਅਸਲ ਦੇ ਵਿੱਚ ਗੰਭੀਰ ਖੋਜ ਵਿਚਾਰ ਦਾ ਵਿਸ਼ਾ ਹੈ ਤੇ ਸਾਨੂੰ ਇਹਦੇ ਤਹਿ ਵਿੱਚ ਜਾਣ ਦੀ ਲੋੜ ਹੈ ਜੀ। ਆਸ ਹੈ ਕਿ ਡਾਕਟਰ ਸਾਹਿਬ ਨੂੰ ਇਸ ਦੇ ਬਾਰੇ ਪੂਰਾ ਵਿਚਾਰ ਜੋ ਅਸੀਂ ਦੇ ਸਕਦੇ ਸਾਂ ਉਹ ਮਿਲ ਗਿਆ ਹੋਵੇਗਾ। ਬਾਕੀ ਇਹ ਵਿਚਾਰ ਹੋਰ ਗੁਰਮਤਿ ਖੋਜੀਆਂ ਦੀ ਕਿਰਪਾ ਦੇ ਨਾਲ ਅਸੀਂ ਆਸ ਕਰਦੇ ਹਾਂ ਕਿ ਸਾਡੇ ਤੱਕ ਪਹੁੰਚੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਸੂਖਸ਼ਮ ਵਿਸ਼ਾ ਬ੍ਰਹਮ ਕੀਰਤਨ ਸਿੰਘ ਜੀ ਨੇ ਜਿਹੜਾ ਨਿਭਾਇਆ ਸਾਧ ਸੰਗਤ, ਆਪਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਤੋਂ ਗਰੁੱਪ ਚੈਟ ਵਿੱਚ ਗੁਰਚਰਨ ਸਿੰਘ ਜੀ ਨੇ ਲਿਖਿਆ ਕਿ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਦ। ਬਿਲਕੁਲ ਠੀਕ ਹੈ। ਅਸਲ ਬਸੰਤ ਇਹ ਹੈ ਜੇ ਵਾਹਿਗੁਰੂ ਸਾਡੇ ਮਨ 'ਚ ਵਸੇ ਤੇ ਉਹ ਸਵਾਸ ਸਵਾਸ ਵਸੇ, ਸਾਰੀ ਉਮਰ ਵਸੇ ਤੇ ਸਾਰੀ ਉਮਰ ਹੀ ਸਾਡੀ ਬਸੰਤ। ਤੋਂ ਸਤਿਗੁਰੂ ਜੀ ਕਿਰਪਾ ਕਰਨ ਅਸੀਂ ਗੁਰਬਾਣੀ ਦੀ ਜਿਹੜੀ ਸਹੀ ਸਪਿਰਿਟ ਹੈ ਉਹਦੇ ਵੱਲ ਚੱਲੀਏ। ਬਾਕੀ ਗੱਲਾਂ ਜਿਹੜੀਆਂ ਆਮ ਬਣੀਆਂ ਬਣਾਈਆਂ ਸਮਾਜਿਕ ਨੇ ਉਹਨਾਂ ਤੇ ਬਹੁਤਾ ਜ਼ੋਰ ਦੇਣ ਦੀ ਲੋੜ ਨਹੀਂ। ਪਰ ਕੁਝ ਇੱਕ ਐਸੀਆਂ ਜਿਹੜੀਆਂ ਮਰਿਆਦਾਵਾਂ ਜਾਂ ਪਰੰਪਰਾਵਾਂ ਬਣ ਜਾਂਦੀਆਂ ਜਿਸ ਤਰ੍ਹਾਂ ਵੀਰ ਜੀ ਨੇ ਜ਼ਿਕਰ ਕੀਤਾ, ਉਹਨਾਂ ਬਾਰੇ ਸਾਨੂੰ ਧਿਆਨ ਦੇਣ ਦੀ ਲੋੜ ਹੈ। ਧੰਨਵਾਦ ਵੀਰ ਜੀ ਇੱਕ ਵਾਰੀ ਫਿਰ ਆਪ ਜੀ ਦਾ। ਤੋ ਸਾਧ ਸੰਗਤ ਜੀ ਸਮਾਂ ਹੋ ਗਿਆ। ਤੋ ਅੱਜ ਦੇ ਜਿਹੜਾ ਇਹ ਸੈਸ਼ਨ ਹੈ ਇਹਦੇ ਵਿੱਚ ਨਿਭਾਉਂਦਿਆਂ ਕਈ ਤਰ੍ਹਾਂ ਦੀਆਂ ਗਲਤੀਆਂ ਤਰੁੱਟੀਆਂ ਹੋ ਗਈਆਂ, ਉਹਨਾਂ ਲਈ ਆਪਾਂ ਸੁਖਮਾ ਮੰਗਦੇ ਹਾਂ। ਵੀਰ ਗੁਰਜੀਤ ਸਿੰਘ ਜੀ ਨੇ ਇੱਕ ਗਰੁੱਪ ਚੈਟ ਵਿੱਚ ਪਾਇਆ, ਮੈਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਡਾ ਜਿਹੜਾ ਸਵਾਲ ਹੈ ਉਹ ਨੋਟ ਕਰ ਲਿਆ ਔਰ ਅਸੀਂ ਕੋਸ਼ਿਸ਼ ਕਰਾਂਗੇ ਵੀ ਅਗਲੇ ਸੋਮਵਾਰ ਉਹਦਾ ਇਸੇ ਸੈਸ਼ਨ ਵਿੱਚ ਉੱਤਰ ਦਿੱਤਾ ਜਾਏ। ਤੋ ਸਾਧ ਸੰਗਤ ਜੀ ਆਪ ਸਭ ਨੂੰ ਬੇਨਤੀ ਹੈ ਕਿ ਜਿਹੜਾ ਸਾਡਾ YouTube ਚੈਨਲ ਹੈ ਸਿੱਖ ਮਿਸ਼ਨਰੀ ਕਾਲਜ ਗੁਰਮਤਿ ਕਲਾਸ USA, ਉਹਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰੋ, ਲਾਈਕ ਕਰੋ ਔਰ ਅੱਗੇ ਵੀ ਉਹਨੂੰ ਸਰਕੂਲੇਟ ਕਰੋ ਜੀ, ਤਾਂ ਜੇ ਇਹ ਗੁਰੂ ਘਰ ਦੀਆਂ ਗੱਲਾਂ ਜਿਹੜੀਆਂ ਨੇ ਇਹ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਨੇ ਉੱਥੇ ਪਹੁੰਚਣ। ਹਾਲਾਂਕਿ ਜਿਸ ਤਰ੍ਹਾਂ ਸਾਨੂੰ ਤੀਸਰੇ ਸਾਲ ਵਿੱਚ ਸ਼ੁਰੂ ਹੋ ਗਿਆ ਸਾਡੇ ਸਵੇਰ ਦਾ ਪ੍ਰੋਗਰਾਮ, ਤੇ ਉਸ ਹਿਸਾਬ ਦੇ ਨਾਲ ਸਾਡੀ ਸਬਸਕ੍ਰਿਪਸ਼ਨ ਬਹੁਤ ਹੋਣੀ ਚਾਹੀਦੀ ਸੀ, ਅਜੇ ਤਾਂ 1000 ਵੀ ਨਹੀਂ ਪਹੁੰਚੀ। ਤੇ ਇਸ ਕਰਕੇ ਇੱਧਰ ਵੀ ਧਿਆਨ ਦੇਣ ਦੀ ਲੋੜ ਹੈ। ਤੋ ਸਾਧ ਸੰਗਤ ਜੀ ਮੈਂ ਫਿਰ ਇੱਕ ਵਾਰੀ ਬੇਨਤੀ ਕਰਦੇ ਹਾਂ ਕਿ ਸਾਨੂੰ ਆਪ ਜੀ ਦੇ ਸਵਾਲ ਹੀ ਨਹੀਂ, ਆਪ ਜੀ ਦੇ ਸੁਝਾਅ ਚਾਹੀਦੇ। ਕਿਰਪਾ ਕਰੋ ਇਹ ਪ੍ਰੋਗਰਾਮ ਆਪ ਜੀ ਨੂੰ ਕੈਸਾ ਲੱਗਾ ਇਹਦੇ ਬਾਰੇ ਜ਼ਰੂਰ ਸਾਨੂੰ ਦੱਸਣ ਦੀ ਕਿਰਪਾਲਤਾ ਕਰਨੀ, ਤਾਂ ਜੇ ਅਸੀਂ ਇਹਨੂੰ ਹੋਰ ਵੀ ਕੋਸ਼ਿਸ਼ ਕਰੀਏ ਕਿ ਅੱਛਾ ਬਿਹਤਰ ਬਣਾਉਣ ਦੀ ਤੁਹਾਡੀਆਂ ਜਿਹੋ ਜਿਹੀਆਂ ਐਕਸਪੈਕਟੇਸ਼ਨਸ ਹੋਣ। ਤੋ ਇਹਨਾਂ ਬਚਨਾਂ ਦੇ ਨਾਲ ਮੈਂ ਆਪ ਸਾਪਾ ਸੁਖਿਮਾ ਮੰਗਦਾ ਹਾਂ। ਇਹ ਦੋ ਨਾਮ ਨਵੇਂ ਆਏ ਨੇ, ਮੈਂ ਉਹਨਾਂ ਨੂੰ ਆਪਣੇ ਨਾਲ ਜਾਣ ਪਛਾਣ ਕਰਾ ਦੇਣਾ। ਇੱਕ ਆਈਡੀ ਹੈ ਜੀ ਲਖਵੰਸ ਆਈਫੋਨ, ਜਿਨ੍ਹਾਂ ਦੀ ਆਈਡੀ ਹੈ ਲਖਵੰਸ ਆਈਫੋਨ।
ਇਹਨਾਂ ਨੇ ਸ਼ੁਰੂ ਵਿੱਚ ਹੈਂਡ ਵੀ ਰੇਜ਼ ਕੀਤਾ ਸੀ। ਮੈਂ ਬੇਨਤੀ ਕਰਦੇ ਹਾਂ ਕਿ ਜਿਹੜਾ ਸੈਸ਼ਨ ਦੀ ਸਮਾਪਤੀ ਤੇ ਸਵਾਲ ਜਵਾਬ ਲੈ ਜਾਂਦੇ ਨੇ, ਤੇ ਆਪ ਜੀ ਨੂੰ ਬੇਨਤੀ ਹੈ ਅਗਰ ਆਪ ਦੇ ਮਨ 'ਚ ਕੋਈ ਕੁਐਸਚਨ ਵੀ ਹੈ ਉਹ ਵੀ ਦੱਸ ਦਿਓ, ਨਹੀਂ ਤੇ ਆਪਣੀ ਇੰਟਰੋਡਕਸ਼ਨ ਜਿਹੜੀ ਉਹ ਜ਼ਰੂਰ ਦੇ ਦਿਓ। ਲਖਵੰਤ ਆਈਫੋਨ। MPC ਅਨਮਿਊਟ ਕਰ ਦੇਣਾ ਲਖਵੰਤ ਜੀ। ਨਹੀਂ ਜੀ,